हाँ जी दोस्तों, बिल्कुल सत श्री अकाल। वीडियो ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਅਗਲੇ ਕੁਐਸਚਨਸ ਦੀ ਜਿਹੜੇ ਕਿ ਆਪਾਂ ਡਾਟਾ ਸਫੀਸ਼ੀਐਂਸੀ ਦੇ ਕੱਲ ਆਪਾਂ ਕਰ ਰਹੇ ਸੀਗੇ। ਉਸ ਦੇ ਵਿੱਚੋਂ 10 ਕੁਐਸਚਨ ਆਪਾਂ ਕਵਰ ਕਰ ਚੁੱਕੇ ਸੀਗੇ ਤੇ ਅਗਲੇ 10 ਕੁਐਸਚਨ ਅੱਜ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਅੱਜ ਆਪਾਂ ਥੋੜੇ ਜਿਹੇ ਪੋਜ਼ਿਟਿਵ ਐਟੀਟਿਊਡ ਦੇ ਨਾਲ ਆਏ ਆ। ਸੋ ਜੋ ਵੀ ਆਪਣਾ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਕੁਛ ਆਪਣੀ ਲਾਈਫ ਦੇ ਵਿੱਚ ਨੈਗੇਟਿਵ ਹੁੰਦਾ ਆ। ਸੋ ਉਸ ਨੈਗੇਟਿਵ ਚੀਜ਼ਾਂ ਨੂੰ ਆਪਾਂ ਅੱਗੇ ਛੱਡ ਕੇ ਮਤਲਬ ਪਿੱਛੇ ਛੱਡ ਕੇ ਆਪਾਂ ਨੂੰ ਅੱਗੇ ਵਧਣ ਦੇ ਲਈ ਇੱਕ ਮੌਕਾ ਮਿਲਦਾ ਹੈ। ਤੇ ਇਹ ਜੋ ਕੰਟੈਂਟ ਆਪਾਂ ਡੇਲੀ 1 ਘੰਟੇ ਦੀ ਤਕਰੀਬਨ ਵੀਡੀਓ ਬਣਾ ਰਹੇ ਹਾਂ, ਇਸ ਦਾ ਮਕਸਦ ਇਹ ਆ ਫਿਲਹਾਲ ਕਿ ਇੱਕ ਰੂਟੀਨ ਬਣ ਜੇ ਆਪਣੀ। ਜਿੱਦਾਂ ਆਪਾਂ ਪਹਿਲਾਂ ਮਾਰਚ ਦੇ ਵਿੱਚ ਰੂਟੀਨ ਬਣਾਈ ਸੀ ਜਾਂ ਫਰਵਰੀ ਦੇ ਵਿੱਚ, ਆਈ ਥਿੰਕ ਤੁਸੀਂ ਜੇਕਰ ਪਲੇਲਿਸਟ ਚੈੱਕ ਕਰੋਗੇ ਤਾਂ 30 ਤੋਂ 40 ਵੀਡੀਓਜ਼ ਉੱਥੇ ਬਣੀਆਂ ਸੀਗੀਆਂ। ਤੇ ਉਹ ਵੀਡੀਓਜ਼ ਕੀ ਸੀਗੀਆਂ, ਉਹਨਾਂ ਦੇ ਵਿੱਚ ਆਪਾਂ ਪੜ੍ਹਾਈ ਸਟਾਰਟ ਕੀਤੀ ਸੀ ਇੱਕ ਵਾਰੀ ਦੁਬਾਰਾ। ਤੇ ਦੁਬਾਰਾ ਇਸ ਲਈ ਯੂਜ਼ ਕਰਨਾ ਪੈਂਦਾ ਲਫ਼ਜ਼ ਕਈ ਵਾਰੀ ਕਿ ਬੜੀ ਮਿਹਨਤ ਕਰਦੇ ਹਾਂ, ਕਾਫੀ ਟਾਈਮ ਬੀਤ ਚੁੱਕਾ ਆ ਤੇ ਜਦੋਂ ਪਰਮਾਤਮਾ ਚਲੋ ਸੁਣੇਗਾ ਉਦੋਂ ਸੁਣੇਗਾ, ਇਸ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਤੇ ਜਦੋਂ ਵੀ ਚਲੋ ਪਰਮਾਤਮਾ ਸੁਣਦਾ ਆ ਉਸ ਟਾਈਮ ਆਪਾਂ ਤੁਹਾਨੂੰ ਦੱਸਾਂਗੇ ਸਭ ਕੁਝ ਤੇ ਉਸ ਬਾਰੇ ਆਪਾਂ ਕੁਝ ਡਿਸਕ੍ਰਾਈਬ ਕਰਾਂਗੇ ਉਸ ਟਾਈਮ। ਫਿਲਹਾਲ ਇਹ ਆ ਵੀ ਆਪਾਂ ਅੱਜ ਥੋੜ੍ਹਾ ਪੋਜ਼ੀਟਿਵ ਮੂਡ ਦੇ ਨਾਲ ਆਏ ਹਾਂ। ਚਲੋ ਜੋ ਵੀ ਬੀਤ ਗਿਆ, ਜੋ ਵੀ ਹੋ ਗਿਆ ਉਹ ਹੁਣ ਪਰਮਾਤਮਾ ਦੀ ਮਿਹਰਬਾਨੀ ਹੈ। ਜੋ ਵੀ ਹੋ ਗਿਆ ਚੰਗਾ ਹੋ ਗਿਆ ਤੇ ਠੀਕ ਹੈ ਜੀ। ਸਭ ਕੁਝ ਚਲੋ ਕੋਈ ਵੀ ਹੈ ਉਹ ਆਪਣੇ ਜਗ੍ਹਾ, ਹਰ ਪਰਮਾਤਮਾ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਆ। ਜਿਹਨੂੰ ਜਿੱਦਾਂ ਦੀ ਜ਼ਰੂਰਤ ਹੁੰਦੀ ਆ ਉੱਦਾਂ ਦੀ ਚੀਜ਼ ਮਿਲ ਜਾਂਦੀ ਆ ਬੇਸਿਕਲੀ। ਜੇ ਕਿਸੇ ਨੇ ਹੁਣ ਦੇਖੋ, ਜੇ ਕਿਸੇ ਨੇ ਕੁਝ ਖਾਣਾ ਆ, ਉਹਨੂੰ ਚਾਹੇ ਉਹ ਜਿੱਦਾਂ ਦੀ ਆਸ ਕਰਦਾ ਆ ਉੱਦਾਂ ਦੀ ਪਰਮਾਤਮਾ ਉਹਦੀ ਸੁਣ ਲੈਂਦਾ ਆ। ਬਾਕੀ ਇੰਨਾ ਕੀ ਕਹਿ ਸਕਦੇ ਹਾਂ, ਜ਼ਿਆਦਾ ਕੁਝ ਸੋਚਣ ਦੀ ਜ਼ਰੂਰਤ ਨਹੀਂ ਹੈ। ਜ਼ਿੰਦਗੀ ਵਿੱਚ ਆਪਾਂ ਨੂੰ ਜ਼ਿਆਦਾ ਕੁਝ ਪਤਾ ਨਹੀਂ ਹੈ, ਕੱਲ੍ਹ ਬਾਰੇ ਵੀ ਨਹੀਂ ਪਤਾ ਤੇ ਰਾਤ ਬਾਰੇ ਵੀ ਨਹੀਂ ਪਤਾ ਤੇ ਆਉਣ ਵਾਲੇ ਅਗਲੇ ਸਕਿੰਟ ਬਾਰੇ ਵੀ ਨਹੀਂ ਪਤਾ ਹੁੰਦਾ। ਸੋ ਚਲੋ ਇਹ ਆਪਣੀ 2 ਮਿੰਟ ਦੀ ਗੱਲਬਾਤ ਹੋ ਗਈ। ਕਈ ਵਾਰੀ ਮੈਂ ਕਰ ਲੈਂਦਾ ਹੁੰਦਾ ਜਦੋਂ ਮਨ ਥੋੜ੍ਹਾ ਜਿਹਾ ਇੱਦਾਂ ਹੋਵੇ ਵੀ ਹਾਂ ਕਿਸੇ ਨਾਲ ਗੱਲ ਕਰਨੀ ਆ। ਤੇ ਸ਼ੁਰੂ ਕਰਦੇ ਹਾਂ ਜੀ ਵੀਡੀਓ ਅੱਜ ਦੀ। ਸੋ ਬਿਨਾਂ ਟਾਈਮ ਵੇਸਟ ਕੀਤੇ ਜਿੰਨੀ ਕੁ ਗੱਲਬਾਤ ਦੀ ਜ਼ਰੂਰਤ ਸੀ ਮੈਂ ਕਰ ਲਈ। ਸੋ ਪਹਿਲਾ ਕੁਐਸਚਨ ਅੱਗੇ, ਕੁਐਸਚਨ ਨੰਬਰ 11 ਆਏਗਾ ਜੀ ਇੱਥੇ। ਬਿਲਕੁਲ ਕੱਲ੍ਹ ਆਪਾਂ 10 ਕੁਐਸਚਨ ਕਰ ਚੁੱਕੇ ਸੀ। ਸੋ ਨੈਕਸਟ ਕੁਐਸਚਨ ਹੈ, ਹਾਊ ਇਜ਼ ਸ਼ੋਰ ਰਿਟਨ ਇਨ ਦਾ ਕੋਡ ਲੈਂਗੁਏਜ। ਤਾਂ ਕੱਲ੍ਹ ਦੀ ਬਿਲਕੁਲ ਕੋਡਿੰਗ ਡਿਕੋਡਿੰਗ ਤੋਂ ਹੀ ਉੱਥੋਂ ਹੀ ਕੁਐਸਚਨ ਉੱਦਾਂ ਦਾ ਹੀ ਪੁੱਛਿਆ ਗਿਆ ਹੈ ਫਿਰ ਤੋਂ ਕਿ ਸ਼ੋਰ ਦਾ ਕੋਡ ਇੱਥੇ ਕੀ ਹੋਏਗਾ। ਸ਼ੋਰ ਇੰਗਲਿਸ਼ ਦਾ ਵਰਡ ਲਿਖਿਆ ਹੋਇਆ ਹੈ, ਇਸ ਦਾ ਕੋਡ ਪੁੱਛਿਆ ਗਿਆ ਹੈ। ਜੇਕਰ ਤੁਸੀਂ ਕੱਲ੍ਹ ਦੀ ਵੀਡੀਓ ਨਹੀਂ ਦੇਖੀ ਤਾਂ ਇੱਕ ਵਾਰੀ ਜ਼ਰੂਰ ਉਸ ਵੀਡੀਓ ਨੂੰ ਜ਼ਰੂਰ ਦੇਖੋ। ਸ਼ੁਰੂ ਕਰੀਏ ਕੁਐਸਚਨ ਜੀ। ਕਹਿ ਰਿਹਾ ਹੈ ਹੀ ਇਜ਼ ਸ਼ੋਰ ਇਜ਼ ਰਿਟਨ ਐਜ਼ ਜਾ ਹਾਂ ਮੈਂ ਤਾਂ ਡੈਟ ਕੋਡ ਲੈਂਗੁਏਜ। ਤਾਂ ਕੋਡ ਲੈਂਗੁਏਜ ਦੇ ਵਿੱਚ ਪਹਿਲਾ ਜਿਹੜਾ ਆਪਣਾ ਹੈ ਹੀ ਇਜ਼ ਸ਼ੋਰ ਨੂੰ ਲਿਖਿਆ ਜਾ ਰਿਹਾ ਹੈ JAHA ਐਂਡ ਮੇਨ। ਤਾਂ ਇਹ ਇਸ ਦਾ ਕੋਡ ਵਰਡ ਹੈ। ਦੂਜੇ ਦੀ ਗੱਲ ਕਰਦੇ ਹਾਂ, ਦੂਜਾ ਵਰਡ ਜਿਹੜਾ ਦਿੱਤਾ ਹੋਇਆ ਹੈ ਦੂਜੀ ਸਟੇਟਮੈਂਟ ਤੇ। ਪਹਿਲੀ ਸਟੇਟਮੈਂਟ ਤੋਂ ਦੇਖੋ, ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਇੱਕ ਸਟੇਟਮੈਂਟ ਕੋਡਿੰਗ ਡਿਕੋਡਿੰਗ ਦਾ ਕੁਐਸਚਨ ਇੱਕ ਸਟੇਟਮੈਂਟ ਤੋਂ ਕਦੀ ਵੀ ਨਹੀਂ ਹੁੰਦਾ। ਸੋ ਇੱਥੋਂ ਇਹ ਕੁਐਸਚਨ ਸੋਲਵ ਨਹੀਂ ਹੋ ਸਕਦਾ। ਇੱਥੋਂ ਸ਼ਿਓਰ ਦਾ ਕੋਡ ਤੁਸੀਂ ਪਤਾ ਨਹੀਂ ਕਰ ਸਕਦੇ। ਗੱਲ ਕਰਦੇ ਹਾਂ ਦੂਜੇ ਕੁਐਸਚਨ ਦੀ। ਇਸ ਕੁਐਸਚਨ 'ਚ ਕਹਿ ਰਿਹਾ ਹੈ ਇਜ਼ ਸ਼ੀ ਸ਼ੋਰ ਇਜ਼ ਰਿਟਨ ਐਜ਼ KAJA ਮੇਨ। ਤਾਂ ਇੱਥੇ ਵੀ ਤਿੰਨ ਜਿਹੜੇ ਨੇ ਉਹ ਤਿੰਨ ਵਰਡਸ ਜਿਹੜੇ ਨੇ ਉਹ ਵਰਤੇ ਗਏ ਨੇ ਕੋਡ ਦੇ ਲਈ। ਹੁਣ ਦੇਖੋ ਇਜ਼ ਇਸ ਦੇ ਵਿੱਚ ਵੀ ਕਾਮਨ ਹੈ ਤੇ ਹੀ ਵੀ ਇਜ਼ ਇਸ ਦੇ ਵਿੱਚ ਵੀ ਕਾਮਨ ਹੈ। ਠੀਕ ਹੈ ਜੀ, ਇਜ਼ ਦੋਨਾਂ ਦੇ ਵਿੱਚ ਕਾਮਨ ਹੋ ਗਿਆ ਤੇ ਸ਼ੋਰ ਵੀ ਦੇਖੋ, ਸ਼ੋਰ ਵੀ ਇਹਨਾਂ ਦੋਨਾਂ ਦੇ ਵਿੱਚ ਕਾਮਨ ਹੈ। ਸੋ ਕੁਐਸਚਨ ਨੂੰ ਬਹੁਤ ਧਿਆਨ ਦੇ ਨਾਲ ਸਮਝਣਾ ਆ। ਦੇਖੋ ਹੁਣ ਸ਼ਿਓਰ ਤੇ ਇਜ਼ ਦੋਨੇ ਇਸ ਦੇ ਵਿੱਚ ਕਾਮਨ ਨੇ। ਹੁਣ ਜੇ ਮੈਂ ਇੱਥੇ ਗੱਲ ਕਰਾਂ ਸਟੂਡੈਂਟਸ ਸ਼ਿਓਰ ਦੀ, ਤਾਂ ਸ਼ਿਓਰ ਦਾ ਕੋਡ ਹੁਣ ਦੇਖੋ ਸ਼ਿਓਰ ਦੋਨਾਂ ਦੇ ਵਿੱਚ ਕਾਮਨ ਹੈ ਤੇ ਨਾਲ ਨਾਲ ਸ਼ਿਓਰ ਦੇ ਨਾਲ ਨਾਲ ਇਜ਼ ਵੀ ਕਾਮਨ ਹੈ। ਤਾਂ ਜੇਕਰ ਮੈਂ ਸ਼ਿਓਰ ਦੀ ਗੱਲ ਕਰਾਂ ਤਾਂ ਸ਼ਿਓਰ ਦਾ ਕੋਡ ਮੇਨ ਹੋ ਸਕਦਾ ਹੈ। ਬਿਲਕੁਲ ਜੀ ਹੋ ਸਕਦਾ ਹੈ, ਸ਼ਿਓਰ ਦਾ ਕੋਡ ਮੇਨ ਹੋ ਸਕਦਾ ਹੈ। ਪਰ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜਾ JA ਹੈ, JA ਵੀ ਤਾਂ ਕਾਮਨ ਹੈ ਇੱਥੇ। JA ਇਸ ਦੇ ਵਿੱਚ ਵੀ ਕਾਮਨ ਹੈ ਕਿਉਂਕਿ ਐਕਚੁਅਲੀ ਇੱਕ ਲੈਟਰ ਕਾਮਨ ਨਹੀਂ ਹੈ। ਜੇਕਰ ਸ਼ਿਓਰ ਇਕੱਲਾ ਕਾਮਨ ਹੁੰਦਾ ਫਿਰ ਤਾਂ ਸ਼ਿਓਰ ਦਾ ਕੋਡ ਮਿਲ ਜਾਂਦਾ ਆਪਾਂ ਨੂੰ। ਪਰ ਇੱਥੇ ਆਪਣਾ ਸ਼ਿਓਰ ਦਾ ਕੋਡ ਆਪਾਂ ਨੂੰ ਨਹੀਂ ਮਿਲ ਸਕਦਾ ਕਿਉਂਕਿ ਇੱਥੇ ਦੋ ਜਿਹੜੇ ਵਰਡਸ ਨੇ ਉਹ ਕਾਮਨ ਨੇ। ਸ਼ਿਓਰ ਵੀ ਕਾਮਨ ਹੈ ਤੇ ਜਿਹੜਾ ਵਰਡ ਇਜ਼ ਹੈ ਉਹ ਵੀ ਕਾਮਨ ਹੈ। ਸੋ ਇੱਥੋਂ ਜਿਹੜਾ ਸ਼ਿਓਰ ਹੈ ਉਸ ਦਾ ਵੀ ਇੱਕ ਕੋਡ ਆਏਗਾ ਤੇ ਇੱਕ ਕੋਡ ਆਏਗਾ ਇਜ਼ ਦਾ। ਇਹ ਦੋਨੋਂ ਜਿਹੜੇ ਵਰਡਸ ਨੇ ਇਹ ਦੋਨਾਂ ਸਟੇਟਮੈਂਟਾਂ ਦੇ ਵਿੱਚ ਕਾਮਨ ਨੇ।
मतलब ਜਾਂ ਤਾਂ श्योर ਦਾ ਕੋਡ ਮੇਨ ਹੋਏਗਾ ਜਾਂ ਫਿਰ JA ਹੋਏਗਾ। ਇਸੇ ਤਰ੍ਹਾਂ ਇਸ ਦਾ ਕੋਡ, ਇਸ ਦੇ ਕੋਡ ਦੀ ਗੱਲ ਕੀਤੀ ਜਾਏ ਤਾਂ ਇਸ ਦਾ ਕੋਡ ਵੀ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਹੋਏਗਾ। ਬਟ ਆਪਾਂ ਸਟੂਡੈਂਟ ਇੱਥੇ ਇਹ ਨਹੀਂ ਡਿਸਾਈਡ ਕਰ ਸਕਦੇ, ਆਪਾਂ ਇਸ ਚੀਜ਼ ਨੂੰ ਡਿਸਾਈਡ ਇੱਥੇ ਨਹੀਂ ਕਰ ਸਕਦੇ ਕਿ ਜਿਹੜਾ ਕੋਡ ਆਪਣਾ ਹੋਏਗਾ श्योर ਦਾ ਉਹ ਕੋਡ ਕਿਹੜਾ ਹੋਏਗਾ ਇਹਨਾਂ ਦੋਨਾਂ ਦੇ ਵਿੱਚੋਂ, ਮੇਨ ਹੋਏਗਾ ਜਾਂ JA ਹੋਏਗਾ। ਇਹ ਆਪਾਂ ਦੋਨਾਂ ਸਟੇਟਮੈਂਟਸ ਨੂੰ ਕੰਬਾਈਨ ਕਰਨ ਤੋਂ ਬਾਅਦ ਵੀ ਡਿਸਾਈਡ नहीं कर सकते। सो दैट मीन्स स्टेटमेंट 1 and 2 both are not able to answer the question। स्टेटमेंट 1 ਤੇ 2 ਦੋਨਾਂ ਨੂੰ ਕੰਬਾਈਨ ਕਰਕੇ ਵੀ ਆਪਾਂ ਅਗਰ ਆਨਸਰ क्वेश्चन ਦਾ नहीं दे पा रहे ਤਾਂ ਆਪਾਂ ਇਸ ਦੇ ਲਈ ਕਿਹੜਾ ਆਪਸ਼ਨ ਲਗਾਉਣਾ ਹੈ, ਫਿਰ ਆਪਾਂ ਆਪਸ਼ਨ ਨੰਬਰ D ਲਗਾਉਣਾ ਹੈ। ਜੇਕਰ ਦੋਨਾਂ ਨੂੰ ਕੰਬਾਈਨ ਕਰਕੇ ਵੀ ਆਨਸਰ नहीं आ रहा ਤਾਂ ਇਸ क्वेश्चन ਦਾ ਆਨਸਰ ਬਣ ਜਾਏਗਾ ਜੀ ऑप्शन नंबर D। सो एक बार वैरीफाई भी आप जरूर करना है क्योंकि क्वेश्चन अपने अकॉर्डिंग आप कर चुके हैं, बट फिर भी आप एक बार वैरीफाई करने लई इसनूं नीचे जावांगे जी। क्वेश्चन नंबर 11। सो मैं नीचे जा रहा है जी, हुण एक बार आंसर देख लीए आप। सो क्वेश्चन नंबर 11 के लिए इत्थे आपां हुण आंसर देखना आ कंसैप्ट एप्लीकेटर दे विच। बिल्कुल जी इत्थे देख लो जी तुसीं, फ्रॉम 1 ही इज़ श्योर कंबाइनिंग टू, ਤਾਂ ਈਜ਼ ਅਤੇ श्योर ਦਾ ਇਕੱਠਾ ਕੋਡ ਆਇਆ ਹੈ ਜਾਂ ਮੈਂ। ਸੋ ਇਹ IN ਮੇਨ ਨਹੀਂ ਹੈ, ਇਹ MA ਲਿਖਿਆ ਹੋਇਆ ਆ। ਸੋ ਇਹਨਾਂ ਦੋਨਾਂ ਦੇ ਵਿੱਚੋਂ श्योर ਦਾ ਕੋਡ ਜਾਂ ਤਾਂ JA ਹੋਏਗਾ ਜਾਂ ਫਿਰ ਮੇਨ ਹੋਏਗਾ। ਸੋ ਆਪਾਂ ਡਿਸਾਈਡ ਨਹੀਂ ਕਰ ਸਕਦੇ, ਇਸ ਕਰਕੇ ਇਸ ਕੁਐਸਚਨ ਦਾ ਆਨਸਰ ਜਿਹੜਾ ਹੈ ਉਹ D ਆਪਸ਼ਨ ਬਣੇਗਾ। ਆਈ ਹੋਪ ਤੁਸੀਂ ਕੁਐਸਚਨ ਨੂੰ ਸਮਝ ਚੁੱਕੇ ਹੋਵੋਗੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤੇ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲੇ ਤਾਂ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ एंड सबसक्राइब चैनल ਨੂੰ ਜ਼ਰੂਰ ਕਰ ਲਓ ਤਾਂ ਕਿ ਹਰੇਕ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਕੁਐਸਚਨ ਨੰਬਰ 12। ਸੋ ਇਹ ਰੀਜ਼ਨਿੰਗ ਦੇ ਕੁਐਸਚਨ ਹੁੰਦੇ ਨੇ ਬੇਸਿਕਲੀ, ਤੇ ਆਪਾਂ ਨੂੰ ਆਪਣੇ ਦੋਸਤ ਜਿਹੜੇ ਨੇ, ਫਰੈਂਡਸ ਨੇ, ਉਹਨਾਂ ਨੇ ਕਿਹਾ ਆ ਚਲੋ ਪੜ੍ਹੋ, ਤੇ ਜਿਹੜੀਆਂ ਆਪਣੀਆਂ ਵਕੇਸ਼ਨਸ ਹੋਈਆਂ ਨੇ ਹੁਣ ਉਹਨਾਂ ਨੂੰ ਆਪਾਂ ਯੂਟੀਲਾਈਜ਼ ਕਰਨਾ ਆ। ਸੋ ਉਹਨਾਂ ਵਕੇਸ਼ਨਸ ਨੂੰ ਆਪਾਂ ਯੂਟੀਲਾਈਜ਼ ਕਰ ਰਹੇ ਹਾਂ। ਅੱਜ ਤੋਂ ਵਕੇਸ਼ਨਸ ਸ਼ੁਰੂ ਨਹੀਂ ਹੋਈਆਂ, ਵਕੇਸ਼ਨਸ ਪਰਸੋਂ ਤੋਂ ਸਟਾਰਟ ਹੋਣਗੀਆਂ, पर ये वीडियोज़ आप इस करके शुरू कीतियां ने ताकि जो भी आप नवा सीख रहे हैं उसकी अपनी रूटीन बन सके। बिकॉज जेकर आप रूटीन नहीं बनावांगे फिर अपनी मुश्किल हो जाता है कोई भी काम करना। ठीक है जी, सो रूटीन बनानी बहुत जरूरी है लाइफ दे विच। जेकर तुसी भी हजे तक सोच रहे हो कि हजे तुसी वेले हो, मान लो जॉब वगैरह की ट्राई कर रहे हो तो पेपर आने से पढ़न की सोच रहे हो, तो थोड़ी मैं थोड़ी थिंकिंग तो जरूर कहांगा कि उस थिंकिंग में थोड़ा जिहा चेंज करना चाहिए है। ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤੁਹਾਨੂੰ ਆਪਣਾ ਜਿਹੜਾ ਪੜ੍ਹਾਈ ਹੈ ਉਹ ਕੰਟੀਨਿਊ ਰੱਖਣੀ ਚਾਹੀਦੀ ਹੈ, ਤੇ ਜਦੋਂ ਪੇਪਰ ਆਉਂਦਾ ਹੈ ਉਦੋਂ ਤੁਸੀਂ ਕਰੈਕ ਕਰੋ ਪੇਪਰ ਨੂੰ ਈਜ਼ੀਲੀ ਕਰ ਸਕਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੜ੍ਹਾਈ ਨੂੰ ਕੰਟੀਨਿਊ ਰੱਖੋ, ਤੇ ਜਦੋਂ ਵੀ ਮੌਕਾ ਮਿਲਦਾ ਆ ਉਸ ਤੋਂ ਬਾਅਦ ਆਪਾਂ ਪੇਪਰ ਨੂੰ ਕਰੈਕ ਕਰ ਸਕਦੇ ਹਾਂ। ਬਾਕੀ ਕੰਟੈਂਟ ਵਗੈਰਾ ਕਾਫੀ ਕਈ ਵਾਰੀ ਵੀਡੀਓ ਬਣਾਉਣ ਦੇ ਵਿੱਚ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਸੋ ਹਰੇਕ ਕੁਐਸਚਨ ਨੂੰ ਸਮਝਣ ਤੋਂ ਬਾਅਦ ਮੇਰੇ ਖਿਆਲ ਨਾਲ ਇੰਨਾ ਕੁ ਤਾਂ ਤੁਸੀਂ ਕਰ ਸਕਦੇ ਹੋ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। तो गल करते हैं अगले क्वेश्चन की। कह रहा है अरेंज PQRST ईच हैविंग डिफरेंट एज। अच्छा, अमंग PQRST मतलब 5 जने ने जी PQRS एंड T, तो उन्होंने सारिया की की है जिहड़ी एज है वो सब की डिफरेंट है। अगे पूछा की जा रहा है, कह रहा है हू इज़ द यंगेस्ट, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਛੋਟਾ ਕਿਹੜਾ ਹੈ। ਹੂ ਇਜ਼ ਦਾ ਯੰਗੈਸਟ ਅਮੰਗ ਦੈਮ, ਉਹਨਾਂ ਸਾਰਿਆਂ ਦੇ ਵਿੱਚੋਂ ਯੰਗੈਸਟ ਕਿਹੜਾ ਹੈ, ਛੋਟਾ ਕਿਹੜਾ ਹੈ। ਸੋ ਗੱਲ ਕਰਦੇ ਹਾਂ ਜੀ ਇਸ ਕੁਐਸਚਨ ਦੀ। ਹੁਣ ਦੇਖੋ ਪਹਿਲੀ ਸਟੇਟਮੈਂਟ ਕੀ ਹੈ, ਕਿਊ ਇਜ਼ ਯੰਗਰ ਦੈਨ ਓਨਲੀ ਪੀ। ਤਾਂ ਕਿਊ ਕੀ ਹੈ, ਕਿਊ ਸਿਰਫ ਪੀ ਤੋਂ ਛੋਟਾ ਆ। ਮਤਲਬ ਇੱਦਾਂ ਕਹਿ ਸਕਦੇ ਹਾਂ ਕਿ ਕਿਊ ਦੂਜੇ ਨੰਬਰ 'ਤੇ ਆ ਸਕਦਾ, ਸਭ ਤੋਂ ਉੱਪਰ ਪੀ ਆ ਗਿਆ, दूजे नंबर के उपर क्यू आ गया। हुण पी ते क्यू, हुण क्यू सिर्फ किस तो छोटा है, देखो क्यू सिर्फ पी तो छोटा है, होर किसी तो क्यू छोटा नहीं है। मतलब जेडे बाकी दे 3 जने ने वो क्यू तो नीचे आणगे, बाकी दे जेडे 3 जने ने वो क्यू तो ओबवियसली नीचे आणगे इत्थों, क्योंकि क्यू सिर्फ पी तो छोटा है, तो 3 जने इत्थे आणगे। अगे चलते हैं। अगे कह रहा है एस इज़ ओल्डर दैन ओनली आर।
ਤਾਂ ਕਹਿ ਰਿਹਾ ਹੈ ਕਿ ਜੋ S ਹੈ ਉਹ ਸਿਰਫ R ਤੋਂ ਵੱਡਾ ਹੈ। ਮੀਨਸ S ਜਿਹੜਾ ਹੈ ਉਹ ਸੈਕਿੰਡ ਲਾਸਟ ਆਏਗਾ ਤੇ R ਸਭ ਤੋਂ ਨੀਚੇ ਆਏਗਾ, ਕਿਉਂਕਿ S ਤੋਂ ਨੀਚੇ ਤਾਂ ਇੱਕੋ ਹੀ ਬੰਦਾ ਆ ਸਕਦਾ ਜਿਹੜਾ ਕਿ R ਹੈ। S ਤੋਂ ਨੀਚੇ ਤਾਂ ਇੱਕੋ ਹੀ ਪਰਸਨ ਆ ਸਕਦਾ ਜਿਹੜਾ ਆਪਾਂ R ਲਿਖਿਆ ਹੈ। ਤੇ ਹੁਣ PQ RS T ਬਾਕੀ ਬਚਿਆ, T ਨੂੰ ਆਪਾਂ ਲਿਖਦੇ ਹਾਂ ਜੀ ਇੱਥੇ, Q ਤੋਂ ਨੀਚੇ ਤੇ S ਤੋਂ ਉੱਪਰ, ਇੱਥੇ ਆਪਣਾ T ਆ ਜਾਏਗਾ। ਮੇਰੇ ਖਿਆਲ ਨਾਲ ਇਹਨਾਂ ਦੋ ਸਟੇਟਮੈਂਟਸ ਤੋਂ ਕਲੀਅਰ ਤਾਂ ਹੋ ਗਿਆ ਵੀ ਸਭ ਤੋਂ ਛੋਟਾ ਕੌਣ ਹੈ। ਸਭ ਤੋਂ ਛੋਟਾ ਆਪਣੇ ਕੋਲ ਆ ਗਿਆ ਜੀ ਯੰਗੈਸਟ R। ਸੋ ਇੱਥੋਂ ਇਹ ਪ੍ਰੂਵ ਹੋ ਗਿਆ ਕਿ ਜੋ R ਹੈ ਉਹ ਯੰਗੈਸਟ ਹੈ। ਬਟ ਇੱਕ ਚੀਜ਼ ਦੇਖੋ, ਆਪਾਂ ਸਟੇਟਮੈਂਟ 1 ਵੀ ਇਕੱਲੀ ਨਹੀਂ ਯੂਜ਼ ਕੀਤੀ, ਸਟੇਟਮੈਂਟ 2 ਵੀ ਇਕੱਲੀ ਯੂਜ਼ ਨਹੀਂ ਕੀਤੀ। ਮਤਲਬ ਇਹਨਾਂ ਦੋਨਾਂ ਨੂੰ ਜਦੋਂ ਆਪਾਂ ਕੰਬਾਈਨ ਕਰਕੇ ਯੂਜ਼ ਕੀਤਾ, ਠੀਕ ਹੈ ਜੀ, ਜਦੋਂ ਆਪਾਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਯੂਜ਼ ਕੀਤਾ ਦੈਨ ਆਪਣੇ ਕੋਲ ਆਨਸਰ ਆਇਆ ਕਿ R ਜੋ ਹੈ ਉਹ ਯੰਗੈਸਟ ਹੈ। ਸੋ ਇਸ ਕੁਐਸਚਨ ਦੇ ਕੇਸ ਦੇ ਵਿੱਚ ਮੇਰੇ ਖਿਆਲ ਨਾਲ E ਆਪਸ਼ਨ ਆਨਸਰ ਬਣ ਰਿਹਾ ਸੀਗਾ। ਕੱਲ ਆਪਾਂ ਕੁਐਸਚਨ ਕਰ ਰਹੇ ਸੀ, E ਆਪਸ਼ਨ ਉਦੋਂ ਆਨਸਰ ਆਉਂਦਾ ਹੈ ਜਦੋਂ ਦੋਨੋਂ ਸਟੇਟਮੈਂਟਸ ਨੂੰ ਕੰਬਾਈਨ ਕਰਕੇ ਆਪਣਾ ਆਨਸਰ ਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਇੱਕ ਵਾਰੀ ਵੈਰੀਫਾਈ ਵੀ ਕਰਦੇ ਹਾਂ। ਸੋ ਕੁਐਸਚਨ ਨੰਬਰ 12 ਦਾ ਜੋ ਆਨਸਰ ਬਣੇਗਾ ਉਹ ਬਣੇਗਾ ਆਪਣਾ ਆਪਸ਼ਨ ਨੰਬਰ E। ਤਾਂ ਦੋਨੋਂ ਸਟੇਟਮੈਂਟਸ ਨੂੰ ਕੰਬਾਈਨ ਕਰਕੇ ਸਟੇਟਮੈਂਟ ਨੰਬਰ 1 ਐਂਡ ਸਟੇਟਮੈਂਟ ਨੰਬਰ 2 ਦੋਨਾਂ ਨੂੰ ਕੰਬਾਈਨ ਕਰਕੇ ਜੋ ਆਪਣਾ ਆਨਸਰ ਆ ਰਿਹਾ ਹੈ ਉਸ ਦੇ ਅਕੋਰਡਿੰਗ ਆਪਣੇ ਕੋਲ R ਜੋ ਹੈ ਦੈਟ ਵਿਲ ਬੀ ਦਾ ਯੰਗੈਸਟ ਵਨ। R ਜਿਹੜਾ ਹੈ ਉਹ ਯੰਗੈਸਟ ਆਏਗਾ ਤੇ ਇਸ ਤਰੀਕੇ ਨਾਲ ਆਪਣਾ ਆਨਸਰ ਜੋ ਹੈ ਉਹ ਆਪਸ਼ਨ ਨੰਬਰ E ਬਣ ਜਾਏਗਾ। ਇੱਕ ਵਾਰੀ ਵੈਰੀਫਾਈ ਕਰ ਲੈਂਦੇ ਆ ਜੀ ਕੁਐਸਚਨ ਨੰਬਰ 12। ਠੀਕ ਆ ਜੀ। ਸੋ ਕੁਐਸਚਨ ਨੰਬਰ 12 ਤੇ ਚੱਲਦੇ ਆ ਜੀ। ਹੁਣ ਆਪਾਂ ਇੱਥੋਂ ਆਨਸਰ ਦੇਖਣਾ ਆ। ਆਨਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਐਸਚਨ ਨੰਬਰ ਆਪਸ਼ਨ ਨੰਬਰ B ਲਿਖਿਆ ਹੋਇਆ ਇਸ ਦੇ ਵਿੱਚ। ਇੱਕ ਮਿੰਟ ਜੀ, ਹਾਂਜੀ ਇੱਕ ਚੀਜ਼ ਹੋਰ ਇੱਥੋਂ ਦੇਖ ਸਕਦੇ ਸੀ ਆਪਾਂ ਥੋੜਾ ਜਿਹਾ ਦੋਨਾਂ ਨੂੰ ਕੰਬਾਈਨ ਤਾਂ ਕਰਤਾ, ਬਟ ਇੱਕ ਹੋਰ ਚੀਜ਼ ਵੀ ਦੇਖ ਸਕਦੇ ਹਾਂ ਕਿ ਦੇਖੋ ਕੰਬਾਈਨ ਕੀਤੇ ਬਿਨਾ ਜੇਕਰ ਆਪਾਂ ਕੰਬਾਈਨ ਨਾ ਕਰਦੇ, ਮੰਨ ਲਓ ਇੱਥੇ ਆਪਾਂ ਇਸ ਨੂੰ ਕੰਬਾਈਨ ਨਹੀਂ ਕੀਤਾ, ਮੰਨ ਲਓ ਅਗਰ ਆਪਾਂ ਬਿਨਾ ਕੰਬਾਈਨ ਕੀਤੇ ਇਸ ਕੁਐਸਚਨ ਨੂੰ ਕਰਦੇ ਤਾਂ ਇਸ ਦੇ ਵਿੱਚ ਕੀ ਹੁੰਦਾ, ਅਗਰ ਆਪਾਂ ਕੰਬਾਈਨ ਨਾ ਕਰਦੇ ਇਹਨਾਂ ਦੋ ਸਟੇਟਮੈਂਟਸ ਨੂੰ, ਫਿਰ ਆਪਣੇ ਕੋਲ ਇੱਕ ਸਿੰਪਲ ਜੀ ਹੋਰ ਚੀਜ਼ ਹੈ ਕਿ ਸੈਕਿੰਡ ਸਟੇਟਮੈਂਟ ਜੋ ਹੈ, ਹੁਣ ਸੈਕਿੰਡ ਸਟੇਟਮੈਂਟ ਕੀ ਸੀ, ਆਪਾਂ ਐਕਚੁਅਲੀ ਇਹਨਾਂ ਨੂੰ ਅਲੱਗ-ਅਲੱਗ ਵੀ ਲਿਖ ਕੇ ਦੇਖ ਲੈਣਾ ਚਾਹੀਦਾ, ਨਹੀਂ ਤਾਂ ਗਲਤੀ ਹੋਣ ਦੇ ਚਾਂਸ ਰਹਿੰਦੇ ਨੇ। ਹੁਣ ਜਿੱਦਾਂ ਪਹਿਲੀ ਸਟੇਟਮੈਂਟ ਹੈ, ਪਹਿਲੀ ਸਟੇਟਮੈਂਟ ਆਪਾਂ ਨੂੰ ਕੀ ਕਹਿ ਰਹੀ ਸੀ ਕਿ Q ਇਜ਼ ਯੰਗਰ ਦੈਨ P ਓਨਲੀ। Q ਜਿਹੜਾ ਹੈ ਉਹ ਸਿਰਫ P ਤੋਂ ਯੰਗਰ ਹੈ, ਮਤਲਬ Q ਜਿਹੜਾ ਹੈ ਉਹ P ਤੋਂ ਥੱਲੇ ਆਏਗਾ, P ਸਭ ਤੋਂ ਉੱਪਰ ਤੇ Q ਸਭ ਤੋਂ ਨੀਚੇ। ਕਈ ਵਾਰੀ ਗਲਤੀ ਹੋ ਜਾਂਦੀ ਆ ਬਟ ਮੈਥਡ ਆਪਣਾ ਬਿਲਕੁਲ ਸਹੀ ਸੀ। ਹੁਣ ਇੱਥੋਂ ਚੀਜ਼ ਕਲੀਅਰ ਹੋ ਗਈ। ਇੱਕ ਸਟੇਟਮੈਂਟ, ਪਹਿਲੀ ਸਟੇਟਮੈਂਟ ਆਪਾਂ ਨੂੰ ਇਹ ਦੱਸ ਰਹੀ ਹੈ। ਦੂਜੀ ਸਟੇਟਮੈਂਟ ਦੀ ਗੱਲ ਕਰਦੇ ਆ, ਕਹਿ ਰਿਹਾ ਹੈ S ਇਜ਼ ਓਲਡਰ ਦੈਨ ਓਨਲੀ R। ਤਾਂ ਜਿਹੜਾ S ਹੈ ਉਹ ਸਿਰਫ R ਤੋਂ ਵੱਡਾ ਹੈ। ਹੁਣ ਦੇਖੋ ਦੋ ਸਟੇਟਮੈਂਟਸ ਨੂੰ ਅਲੱਗ-ਅਲੱਗ ਲਿਖਾਂਗੇ ਫਿਰ ਥੋੜਾ ਜ਼ਿਆਦਾ ਕਲੀਅਰ ਹੋ ਜਾਂਦਾ ਕਈ ਵਾਰੀ। ਸੋ ਇੱਥੇ ਇਹੀ ਗਲਤੀ ਆਪਾਂ ਕਰ ਗਏ। ਦੇਖੋ ਪਹਿਲੀ ਸਟੇਟਮੈਂਟ ਤੋਂ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਕਿੱਥੇ ਹੈ, ਮਤਲਬ ਕਿਹੜਾ ਯੰਗੈਸਟ ਹੈ। ਇਸ ਸਟੇਟਮੈਂਟ ਤੋਂ ਤਾਂ ਪਤਾ ਨਹੀਂ ਲੱਗ ਰਿਹਾ, ਬਟ ਆਪਾਂ ਅਗਰ ਐਕਚੁਅਲ ਦੇ ਵਿੱਚ ਦੇਖੀਏ ਤਾਂ ਸੈਕਿੰਡ ਸਟੇਟਮੈਂਟ ਤੋਂ ਤਾਂ ਕਲੀਅਰਲੀ ਪਤਾ ਲੱਗ ਰਿਹਾ ਹੈ ਕਿ S ਜਿਹੜਾ ਹੈ ਉਹ ਸਿਰਫ R ਤੋਂ ਵੱਡਾ ਹੈ। ਦੈਟ ਮੀਨਸ R ਜਿਹੜਾ ਹੈ ਉਹ ਸਭ ਤੋਂ ਨੀਚੇ ਆਏਗਾ, ਉਸ ਤੋਂ ਉੱਪਰ 3 ਜਣੇ ਵੀ ਆਣਗੇ S ਤੋਂ ਉੱਪਰ। ਦੈਟ ਮੀਨਸ ਸੈਕਿੰਡ ਸਟੇਟਮੈਂਟ ਨੂੰ ਅਗਰ ਆਪਾਂ ਇੰਡੀਵਿਜੂਅਲ ਯੂਜ਼ ਕਰੀਏ, ਸੈਕਿੰਡ ਸਟੇਟਮੈਂਟ ਨੂੰ ਜੇਕਰ ਆਪਾਂ ਇੰਡੀਵਿਜੂਅਲ ਯੂਜ਼ ਕਰੀਏ ਜਾਂ ਸਿੰਗਲ ਮਤਲਬ ਅਲੋਨ ਯੂਜ਼ ਕਰੀਏ ਤਾਂ ਆਪਾਂ ਸਿੰਪਲੀ ਆਨਸਰ ਕਰ ਸਕਦੇ ਹਾਂ ਕਿ R ਵਿਲ ਬੀ ਦਾ ਯੰਗੈਸਟ ਵਨ। ਤਾਂ ਇੱਥੋਂ ਇਹ ਬਣੇਗਾ ਆਪਣਾ ਆਨਸਰ ਕਿ ਸਟੇਟਮੈਂਟ ਜਿਹੜੀ 1 ਹੈ ਉਸ ਦੇ ਅਕੋਰਡਿੰਗ ਤਾਂ ਆਪਣਾ ਆਨਸਰ ਨਹੀਂ ਆ ਰਿਹਾ, ਬਟ ਜਿਹੜੀ ਸਟੇਟਮੈਂਟ 2 ਹੈ ਦੈਟ ਇਜ਼ ਸਫੀਸ਼ੀਐਂਟ ਅਲੋਨ। ਮਤਲਬ ਜਿਹੜੀ ਸਟੇਟਮੈਂਟ ਨੰਬਰ 2 ਹੈ, ਸਟੇਟਮੈਂਟ ਸੈਕਿੰਡ ਸਟੇਟਮੈਂਟ ਹੈ, ਉਸ ਦੇ ਅਕੋਰਡਿੰਗ ਆਪਣਾ ਆਨਸਰ ਜੋ ਹੈ ਉਹ ਡਾਇਰੈਕਟਲੀ ਆ ਜਾਏਗਾ ਇਸ ਕੁਐਸਚਨ ਦੇ ਅਕੋਰਡਿੰਗ। ਸੋ ਸਟੇਟਮੈਂਟ 1 ਐਂਡ 2 ਨੂੰ ਕੰਬਾਈਨ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਸਟੇਟਮੈਂਟ 2 ਜੋ ਹੈ ਉਹ ਸਫੀਸ਼ੀਐਂਟ ਹੈ ਆਨਸਰ ਕਰਨ ਲਈ। ਤਾਂ ਇਸ ਕੁਐਸਚਨ ਦਾ ਆਨਸਰ ਬਣੇਗਾ ਆਪਸ਼ਨ ਨੰਬਰ B। ਤਾਂ ਆਪਾਂ ਕਈ ਵਾਰੀ ਗਲਤੀ ਕਰ ਦਿੰਦੇ ਹਾਂ, ਜਦੋਂ ਜਿੱਦਾਂ ਹੁਣ ਆਪਾਂ ਇੱਕੋ ਸਟੇਟਮੈਂਟ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਸਾਰਾ ਕੁਝ ਲਿਖ ਲਿਆ, ਉੱਥੇ ਗਲਤੀ ਹੋਣ ਦੇ ਚਾਂਸ ਹੋ ਗਏ।
सो इस तरह की गलती नहीं करनी, तुसी ध्यान दे नाल क्वेश्चन नूं अटैम्प्ट करना है। सो मैथड अपना सही सीगा, बट जल्दबाजी नहीं करनी है क्वेश्चन नूं करन दे विच। सो हुण आपां चलदे हां जी अगले क्वेश्चन वल। सो अगला क्वेश्चन अपने कोल की है, अगला क्वेश्चन अपने कोल आया है स्टूडेंट्स क्वेश्चन नंबर 13। सो क्वेश्चन नंबर 13 देखते हैं जी हुण की है। कह रहा है ऑन विच डे ऑफ वीक डिड द सौरभ विजिट दिल्ली। तो किहड़े दिन कहंदा सौरभ ने दिल्ली नूं विजिट किया। दिल्ली मतलब एक सिटी है, तुहानूं पता ही आ। सो दिल्ली बारे हुण ज़्यादा जानकारी अज पार्टी दीयां थोड़ियां जिहियां गल्लां देख रहे सीगे अपनियां, चलो पोलीटिकल गल्लां क्यों करनियां आपां। ऑन विच डे ऑफ वीक डिड सौरभ विजिट दिल्ली। तो सौरभ ने दिल्ली नूं कदों विजिट किया। ठीक है जी, हुण देखो इत्थे अपने कोल दो स्टेटमेंट्स ने। पहली स्टेटमेंट के अकॉर्डिंग चलते हैं, तो इत्थे आपां सोल्यूशन लिखते हैं की पता लगा पहली स्टेटमेंट तो। कहता सौरभ विजिटेड दिल्ली आफ्टर मंडे बिफोर बट बिफोर थर्सडे बट नॉट ऑन द ऑड डे ऑफ द वीक। तो कह रहा है कि सौरभ विजिटेड दिल्ली आफ्टर मंडे बिफोर बट बिफोर थर्सडे। तो थर्सडे तो पहला तो मंडे तो बाद उन्हें विजिट किया। देखो जी कह रहा है मंडे तो बाद, तो मतलब अपने को ऑप्शन किहड़े ने, ट्यूसडे दे ते वैडनसडे दे। ठीक है जी, ट्यूसडे एंड वैडनसडे ही बचते अपने को पहली स्टेटमेंट के अकॉर्डिंग। तो उस तो बाद कह दिता बट नॉट ऑन ऑड डे ऑफ द वीक। तो ऑड डे किहड़े हुंदे ने जी वीक दे। हुण पहला अपना मंडे हो गया, दूजा अपना ट्यूसडे हो गया, तीजा अपना वैडनसडे हो गया। सो इत्थों ये आइडिया लग सकता है कि सौरभ ने विजिट किया दूजे दिन मतलब ट्यूसडे नूं, क्योंकि ऑड दिन तो कर नहीं रहा वो। तो ट्यूसडे पहली स्टेटमेंट तो क्लीयर हो गया। दूजी गल करते हैं दूजी स्टेटमेंट की। दूजी स्टेटमेंट आपां नूं कह रही है सौरभ विजिटेड दिल्ली बिफोर फ्राइडे बट आफ्टर मंडे। तो बिफोर फ्राइडे तो देखो थर्सडे भी हो गया, वैडनसडे भी हो गया, थर्सडे वैडनसडे ट्यूसडे। बट सैकेंड स्टेटमेंट तो आपां नूं ये नहीं पता लगा कि उन्हें किहड़े दिन होर विजिट किया, क्योंकि इत्थों कंडीशन नहीं कोई मिली आपां नूं कि उन्हें किस दिन विजिट किया। सो दैट मीनस आपां स्टेटमेंट नंबर 1 तो आइडिया लगा सकते हैं, बट एक बार फिर भी चैक करते हैं इत्थों। सौरभ विजिटेड दिल्ली आफ्टर मंडे गया बट बिफोर थर्सडे। तो इत्थे एक बिफोर, इत्थे थोड़ी जी मिसप्रिंटिंग लग रही है थोड़ी जी, बट बिफोर थर्सडे आएगा बट नॉट ऑन एन ऑड डे ऑफ द वीक। तो ऑड डे तो देखो पहला दिन तो मंडे बनता है, सो ये मंडे हो जाएगा, ये ट्यूसडे हो जाएगा एंड ये की हो जाएगा वैडनसडे। सो ऑड डे किहड़े ने, मंडे हो गया जी, वैडनसडे हो गया। इस तरीके ना फ्राइडे जिहड़ा है वह भी ऑड डे बनेगा, बट वो तो आपको गिवन ही है कि फ्राइडे तो पहला उन्हें थर्सडे तो पहला विजिट किया है। सो इत्थे देखो हुण ऑड डे किहड़े ने, ऑड डे अपने कोल आ रहे ने 1 एंड 3 मंडे एंड वैडनसडे। बट मंडे का भी कंडीशन गिवन है कि मंडे के भी चांस नहीं है, तो अपने को चांस तो दो ही बन रहे हैं, एक ट्यूसडे का एक वैडनसडे का। बट वैडनसडे की है ऑड डे है, सो इसनों भी इलिमीनेट कर देंगे। दैट मीनस स्टेटमेंट 1 तो अपन आंसर मिल जाएगा ट्यूसडे। सो ट्यूसडे नूं उसने दिल्ली नूं विजिट किया है। तो इस क्वेश्चन के अकॉर्डिंग हुण आपां आंसर ते चलते हैं, क्वेश्चन नंबर 13 का आंसर वेरीफाई करते हैं। इसका आंसर देखो हुण स्टेटमेंट नंबर 1 तो आ रहा है, स्टेटमेंट नंबर 2 तो नहीं आ रहा। दैट मीनस इसका आंसर जो है दैट विल बी ऑप्शन नंबर ए। तो इस क्वेश्चन का आंसर जो है ऑप्शन नंबर ए होना चाहिए है। हुण आपां इसका आंसर विजिट करने लई PDF के नीचे जाने। सो PDF के विच आपां हुण इसनूं फॉन्ट साइज डिक्रीज। क्वेश्चन सीगा जी अपना क्वेश्चन नंबर 13 तो देखो बिल्कुल जी, सौरभ विजिटेड दिल्ली ऑन वैडनसडे। पहली स्टेटमेंट तो इन्होंने ये कहता कि सौरभ जो है उसने दिल्ली नूं विजिट किया वैडनसडे नूं। सो पहला दिन तो मंडे आता वीक का, दूजा दिन ट्यूसडे आता है। सो ऑड डे तो देखो जी, ऑड डे देखा जाए तो ऑड डे वैसे पहला दिन संडे मन्निया जाता है।
संडे मंडे ट्यूसडे वीक। सो मतलब पहली स्टेटमेंट तो फिर भी क्लीयर हो जाएगा कि सौरभ ने किस दिन विजिट किया, चाहे वो दिल्ली वैडनसडे आंदा चाहे थोड़ा ट्यूसडे आंदा है, बट ये डिपेंड करता है हुण किहड़ा तुसीं वीक मानते हो। ठीक है जी, अगर तो तुसीं वीक का पहला दिन मनोगे तो मंडे मनोगे, फिर तो ट्यूसडे आंसर आएगा। अगर तुसीं वीक का पहला दिन संडे मानते हो फिर थोड़ा आंसर जिहड़ा है वो वैडनसडे आएगा। बट पहली स्टेटमेंट तो तुहानूं क्लीयर हो जाएगा कि उसने किस दिन विजिट किया। ठीक है जी, उस तरीके नाल। बट सैकेंड स्टेटमेंट तो बिल्कुल तीन ऑप्शन बन रहे हैं, ट्यूसडे वैडनसडे एंड थर्सडे, तो इत्थों तक क्लीयर नहीं होएगा। दैट मीनस स्टेटमेंट 1 तो तुहानूं क्लीयर पता लगेगा, एंड अगर स्टेटमेंट 1 तो पता लगेगा तो थोड़ा आंसर आएगा, आंसर विल बी ऑप्शन नंबर ए। मतलब स्टेटमेंट 1 इज अलोन सफिशिएंट टू आंसर द क्वेश्चन, बट स्टेटमेंट नंबर 2 इज़ नॉट सफिशिएंट। तो स्टेटमेंट जी सैकेंड स्टेटमेंट है वो सफिशिएंट नहीं है, स्टेटमेंट नंबर 1 जो है दैट विल बी सफिशिएंट टू आंसर द क्वेश्चन। सो क्वेश्चन नंबर 13 हो चुका है। क्वेश्चन नंबर 14 से चलते हैं, ऑप्शन आंसर देख के चलते हैं फिर कर देंगे। सो आंसर गिवन है ई, मतलब दोनों को कंबाइन करना पएगा। चलो एक बार चैक करते हैं। सो क्वेश्चन नंबर 14 नाउ हुण आपां देखांगे। सो क्वेश्चन नंबर 14 थोड़े को स्क्रीन के उत्ते आ चुका है। पूछा गया है, कहता वट इज़ आर्स पोजीशन फ्रॉम लैफ्ट एंड इन आ रो। तो आर की पोजीशन बारे स्टूडेंट्स इत्थे पूछा गया है, आर की पोजीशन बारे वट इज़ आर्स पोजीशन फ्रॉम लैफ्ट एंड इन आ रो। तो एक अपने कोल रो है, उस दे विच रोहित आर का रैंक पूछा गया है लैफ्ट एंड तो। सो एक पहले तो आप हूँ क्वेश्चन तो आपको क्लीयर हो चुका है। हुण आप फस्ट स्टेटमेंट देखते हैं की है। फस्ट स्टेटमेंट इज सेइंग एम इज़ 10th फ्रॉम लैफ्ट एंड ऑफ द रो। तो कह रहा है कि एम जो है वो लैफ्ट तो 10th नंबर के उपर है। मतलब अगर आप इत्थे एम नूं कंसीडर करिए तो एम तो पहला किन्ने जने होणगे, एम इज़ 10th फ्रॉम द लैफ्ट एंड मीनस एम तो पहला 9 जने होणगे। सो 9 पीपल विल बी इन फ्रंट ऑफ एम। एम तो पहला किन्ने जने होणगे, 9 जने। अगे चलते हैं, कह रहा है देयर आर 16 चिल्ड्रन बिटवीन एम एंड आर। तो एम और आर दे विच कितने जने ने, 16 जने। सो 16 जने ये हो गए जी एम ते आर दे विच। सो इस तो बाद ही होएगा किते आर, मतलब 16 जने हो गए ना एम और आर दे विच। तो लैफ्ट तो रैंक देखो आर का आप फाइंड आउट कर सकते हैं। देखो हुण आप पहली स्टेटमेंट भी यूज़ कर ली है, आप दूजी स्टेटमेंट भी यूज़ कर ली, मीनस आप दोनों की किया है, दोनों स्टेटमेंट्स नूं आपां ने कंबाइन कर लिया है। एंड दोनों स्टेटमेंट्स नूं कंबाइन करन तो बाद जिहड़ा है शायद अपने कोल आंसर आ जाए, यही आपां उत्थे देख रहे हैं। सो देखो हुण की हो गया, लैफ्ट साइड तो 9 परसनस हो गए, 10वें नंबर के उत्ते जो है वो अपना एम हो गया, तो 10 तो बाद 16 होर जने हो गए, मतलब 26 जने, 26 परसन जिहड़े ने वो आर तो पहला हो गए। मीनस अगर मैं लैफ्ट साइड तो जावांगा तो आर किन्नवें नंबर के उत्ते आएगा, द पोजीशन ऑफ आर विल बी 27th। तो आर की पोजीशन जो है स्टूडेंट्स वो 27वें नंबर के उत्ते आएगी। ठीक है जी। सो इस तरीके नाल मैं की कर सकदा हाँ, मैं आर की पोजीशन लैफ्ट, आर का रैंक लैफ्ट एंड तो फाइंड आउट तो कर सकता हाँ, बट किस तरह फाइंड आउट किया है, मैं फस्ट एंड सैकेंड स्टेटमेंट ये दो स्टेटमेंट्स नूं मैं कंबाइन किया है, फिर मेरे को आंसर आया है। दैट मीनस इस क्वेश्चन का आंसर बनेगा ऑप्शन नंबर ई। मीनस स्टेटमेंट 1 एंड 2 बोथ आर कंबाइंड टू फाइंड द आंसर। तो स्टेटमेंट नंबर 1 एंड 2 दोनों को कंबाइन किया गया है, फिर इस क्वेश्चन का आप आंसर फाइंड आउट कर सकते हैं। स्टूडेंट्स एक होर रिक्वेस्ट करांगा, जेकर वीडियो वधिया लग रही होए तो वीडियो नूं लाइक शेयर एंड चैनल नूं सबसक्राइब जरूर कर लो। जेकर थोड़ा कोई बड़ा ब्रदर सिस्टर प्रैपरेशन कर रहा है किसी एग्जाम की, तो वह भी इस वीडियो नूं देख सकता है। इस वीडियो का कंटेंट जिहड़ा है वो आपां खुद ही अपना करते हैं सारा, तो स्टैप बाय स्टैप आपां क्वेश्चन नूं एक्सप्लेन करते हैं। ठीक है जी। सो जेकर तुहानूं वीडियो चंगी लगे तो वीडियो नूं लाइक शेयर एंड चैनल नूं सबसक्राइब जरूर कर लो। सो गल करते हैं नैक्सट क्वेश्चन की। नैक्सट क्वेश्चन तुहाडी स्क्रीन के उपर क्वेश्चन नंबर 15। तुसीं एक बार वीडियो नूं पॉज भी कर सकते हो, तो पॉज करन तो बाद ट्राई खुद भी कर सकते हो।
बिकॉज सारे क्वेश्चन ਜਿਹੜੇ ਨੇ ਉਹ ਆਲਮੋਸਟ ਆਪਾਂ ਪਹਿਲਾਂ ਵੀ ਕਵਰ ਕਰ ਚੁੱਕੇ ਹਾਂ ਕਈ ਵਾਰੀ। ਸੋ ਇੱਕ ਵਾਰੀ ਟਰਾਈ ਜ਼ਰੂਰ ਕਰੋ ਤੇ ਇਹੀ ਰਿਕੁਐਸਟ ਕਹਾਂਗਾ ਕਿ ਟਰਾਈ ਇੱਕ ਵਾਰੀ ਜ਼ਰੂਰ ਕਰੋ ਕੁਐਸਚਨਸ ਨੂੰ, ਤਾਂ ਕਿ ਤੁਸੀਂ ਵੀ ਸਿੱਖ ਸਕੋ ਅੱਗੇ। ਬਾਕੀ ਆਪਾਂ ਤਾਂ ਸੋਲਵ ਕਰ ਹੀ ਰਹੇ ਹਾਂ ਕੁਐਸਚਨ ਨੂੰ। ਸੋ ਚਲੋ ਜੀ ਹੁਣ ਆਪਾਂ ਸੋਲਵ ਕਰਦੇ ਹਾਂ। ਇੱਕ ਵਾਰੀ ਤੁਸੀਂ ਆਈ ਥਿੰਕ ਟਰਾਈ ਕਰ ਲਿਆ ਹੋਵੇਗਾ। ਪੁੱਛਿਆ ਕੀ ਹੈ, ਕਹਿੰਦਾ ਟਾਊਨ P ਇਜ਼ ਟੂਵਰਡਸ ਵਿਚ ਡਾਇਰੈਕਸ਼ਨ ਆਫ ਟਾਊਨ T। ਤਾਂ P ਟਾਊਨ T ਟਾਊਨ ਦੇ ਨਾਲੋਂ ਕਿਸ ਡਾਇਰੈਕਸ਼ਨ ਦੇ ਵਿੱਚ ਆ, ਮਤਲਬ P ਦੀ ਡਾਇਰੈਕਸ਼ਨ ਪੁੱਛੀ ਹੈ ਵਿਦ ਰਿਸਪੈਕਟ ਟੂ T, ਤਾਂ T ਦੇ ਕੋਰਸਪੋਂਡਿੰਗ P ਦੀ ਡਾਇਰੈਕਸ਼ਨ ਪੁੱਛੀ ਹੈ। ਤਾਂ ਦੱਸ ਦਾਂਗੇ ਜੀ। ਦੇਖਦੇ ਹਾਂ ਪਹਿਲੀ ਸਟੇਟਮੈਂਟ ਕੀ ਕਹਿ ਰਹੀ ਆਪਾਂ ਨੂੰ। ਸਟੇਟਮੈਂਟ 1 ਕਹਿ ਰਹੀ ਹੈ ਟਾਊਨ T ਇਜ਼ ਟੂਵਰਡ ਸਾਊਥ ਆਫ ਟਾਊਨ K। ਤਾਂ ਆਪਾਂ ਇੱਥੇ K ਲੈ ਲਿਆ ਜੀ, ਬਿਲਕੁਲ K ਦੇ ਸਾਊਥ ਦੇ ਵਿੱਚ ਟਾਊਨ T ਹੈ। ਤਾਂ ਸਾਊਥ ਆਪਣਾ ਬਿਲਕੁਲ ਨੀਚੇ ਹੋ ਗਿਆ ਜੀ, ਨੌਰਥ ਦੇ ਓਪੋਜ਼ਿਟ। T ਇੱਥੇ ਹੋ ਗਿਆ, ਠੀਕ ਹੈ ਜੀ। ਵਿਚ ਇਜ਼ ਟੂਵਰਡਸ, ਤਾਂ ਜਦੋਂ ਵਿਚ ਦੀ ਵਰਡ ਆ ਗਿਆ ਉਦੋਂ K ਦੀ ਗੱਲ ਆ ਗਈ, ਠੀਕ ਹੈ ਜੀ। ਟਾਊਨ T ਇਜ਼ ਟੂਵਰਡਸ ਦਾ ਸਾਊਥ ਆਫ ਟਾਊਨ K ਵਿਚ ਇਜ਼ ਟੂਵਰਡਸ ਵੈਸਟ ਆਫ P। ਤਾਂ ਵੈਸਟ ਆਫ P ਮਤਲਬ P ਇੱਧਰ ਕਿਤੇ ਹੋਏਗਾ। P ਦੇ ਵੈਸਟ ਵਿੱਚ ਕੀ ਹੈ, K ਹੈ। ਹੁਣ ਆਪਾਂ ਨੂੰ ਕੀ ਪੁੱਛਿਆ ਹੈ, T ਦੇ ਵਿਦ ਰਿਸਪੈਕਟ, ਹੈ ਨਾ, T ਦੇ ਵਿਦ ਰਿਸਪੈਕਟ P ਦੀ ਪੋਜੀਸ਼ਨ। ਤਾਂ ਬਿਲਕੁਲ ਕੱਢ ਸਕਦੇ ਹਾਂ ਇੱਥੋਂ। ਅਗਰ ਇੱਥੇ ਮੈਂ ਕ੍ਰੋਸ ਮਾਰ ਲਾਂ, ਇਫ ਆਈ ਟੇਕ ਆ ਕ੍ਰੋਸ ਏਅਰ, ਅਗਰ ਮੈਂ ਇੱਥੇ ਕ੍ਰੋਸ ਲੈ ਲਾਂ T ਦੇ ਕੋਲ, ਤਾਂ ਇਹ ਆਪਣਾ ਈਸਟ ਹੋ ਗਿਆ। ਇੱਕ ਮਿੰਟ ਵੇਟ ਕਰੋ ਜੀ। ਇਹ ਆਪਣਾ ਈਸਟ ਹੋ ਗਿਆ, ਇਹ ਆਪਣਾ ਵੈਸਟ ਹੋ ਗਿਆ, ਅਤੇ ਇਹ ਆਪਣਾ ਨੌਰਥ ਹੋ ਗਿਆ, ਅਤੇ ਇਹ ਨੀਚੇ ਆਪਣਾ ਸਾਊਥ ਹੋ ਗਿਆ। ਮਤਲਬ ਇੱਥੋਂ ਕੀ ਪੋਜੀਸ਼ਨ ਆ ਗਈ ਵਿਦ ਰਿਸਪੈਕਟ ਟੂ T ਦੀ ਪੋਜੀਸ਼ਨ ਆ ਗਈ ਜੀ ਆਪਣੀ ਨੌਰਥ ਈਸਟ। ਸੋ ਇਸ ਡਾਇਰੈਕਸ਼ਨ ਦੇ ਵਿੱਚ ਆ ਜਾਏਗਾ, ਇਹ ਆ ਜਾਏਗਾ ਨੌਰਥ ਈਸਟ। ਪਹਿਲੀ ਸਟੇਟਮੈਂਟ ਤੋਂ ਆਪਣਾ ਆਨਸਰ ਆ ਸਕਦਾ ਹੈ ਬਿਲਕੁਲ ਜੀ, ਇਕੱਲੀ ਪਹਿਲੀ ਸਟੇਟਮੈਂਟ ਤੋਂ ਵੀ ਆ ਸਕਦਾ। ਹੁਣ ਦੂਜੀ ਚੈੱਕ ਕਰਦੇ ਹਾਂ। ਦੂਜੀ ਸਟੇਟਮੈਂਟ ਆਪਾਂ ਨੂੰ ਕਹਿ ਰਹੀ ਹੈ ਟਾਊਨ R ਇਜ਼ ਟੂਵਰਡਸ ਦਾ ਸਾਊਥ ਆਫ ਟਾਊਨ V। ਤਾਂ ਟਾਊਨ ਜੋ ਹੈ R ਉਹ ਕਿੱਥੇ ਹੈ, ਟਾਊਨ R ਇਜ਼ ਟੂਵਰਡਸ ਦਾ ਸਾਊਥ ਆਫ ਟਾਊਨ V। ਤਾਂ ਟਾਊਨ V ਇੱਥੇ ਲੈ ਲਿਆ ਆਪਾਂ, ਬਟ ਇਸ ਦੇ ਵਿੱਚ T ਆ ਨਹੀਂ ਰਿਹਾ, ਵੈਸੇ ਤਾਂ ਇਸਦਾ ਕੋਈ ਆਨਸਰ ਤਾਂ ਬਣੇਗਾ ਹੀ ਨਹੀਂ। ਸੋ V R ਇਜ਼ ਟੂਵਰਡ ਸਾਊਥ ਆਫ ਟਾਊਨ V। ਤਾਂ V ਦੇ ਸਾਊਥ ਦੇ ਵਿੱਚ ਜੋ ਹੈ ਉਹ ਟਾਊਨ R ਆ ਗਿਆ ਆਪਣਾ। R ਇਜ਼ ਟੂਵਰਡ ਸਾਊਥ ਐਂਡ ਟੂਵਰਡਸ ਈਸਟ ਆਫ ਟਾਊਨ P। ਤਾਂ ਟਾਊਨ ਜੋ R ਹੈ ਉਹ V ਸਾਊਥ ਹੈ, ਸਾਊਥ ਦੇ ਵਿੱਚ ਹੈ V ਦੇ, ਅਤੇ ਈਸਟ ਦੇ ਵਿੱਚ ਹੈ P ਦੇ। ਸੋ E ਤੋਂ ਇੱਥੋਂ ਆ ਗਿਆ ਆਪਣਾ P ਦੇ ਈਸਟ ਦੇ ਵਿੱਚ ਹੈ R, ਠੀਕ ਹੈ ਜੀ। ਬਟ ਇੱਥੇ ਦੇਖੋ ਹੁਣ ਇਸ ਦੇ ਵਿੱਚ T ਤਾਂ ਕਿਤੇ ਗਿਵਨ ਹੀ ਨਹੀਂ ਹੈ। ਸੋ ਆਪਾਂ P ਦਾ ਆਪਾਂ ਨੂੰ ਮਿਲ ਗਿਆ, ਬਟ P ਦੀ ਪੋਜੀਸ਼ਨ T ਦੇ ਕੋਰਸਪੋਂਡਿੰਗ ਕਿੱਦਾਂ ਫਾਈਂਡ ਆਊਟ ਕਰ ਲਾਂਗੇ ਜਦ ਸੈਕਿੰਡ ਸਟੇਟਮੈਂਟ ਦੇ ਵਿੱਚ T ਕਿਤੇ ਮੈਂਸ਼ਨ ਹੀ ਨਹੀਂ ਹੈ। ਸੋ ਦੈਟ ਮੀਨਸ 15ਵੇਂ ਕੁਐਸਚਨ ਦੇ ਵਿੱਚ, ਕੁਐਸਚਨ ਨੰਬਰ 15 ਦੇ ਵਿੱਚ ਸਟੇਟਮੈਂਟ ਨੰਬਰ 1 ਆਪਾਂ ਨੂੰ ਆਨਸਰ ਦੇ ਰਹੀ ਹੈ, ਬਟ ਸਟੇਟਮੈਂਟ ਨੰਬਰ 2 ਜਿਹੜੀ ਹੈ ਉਹ ਇੰਡੀਵਿਜੂਅਲ ਆਨਸਰ ਨਹੀਂ ਦੇ ਰਹੀ ਹੈ। ਸੋ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ, ਹਾਂਜੀ ਬਿਲਕੁਲ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਸ਼ਨ ਕਿਹੜਾ ਆਏਗਾ। ਆਪਸ਼ਨ ਨੰਬਰ A ਵਿਲ ਬੀ ਦਾ ਰਾਈਟ ਆਨਸਰ। ਮੀਨਸ ਸਟੇਟਮੈਂਟ ਨੰਬਰ 1 ਇਜ਼ ਅਲੋਨ ਸਫੀਸ਼ੈਂਟ ਟੂ ਆਨਸਰ ਦਾ ਕੁਐਸਚਨ। ਜਿਹੜੀ ਸਟੇਟਮੈਂਟ ਨੰਬਰ 1 ਹੈ ਉਹ ਬਿਲਕੁਲ ਆਨਸਰ ਦੇਣ ਦੇ ਲਈ ਸਹੀ ਹੈ, ਉਸ ਤੋਂ ਆਪਾਂ ਨੂੰ ਆਨਸਰ ਮਿਲ ਸਕਦਾ ਹੈ, ਸਟੇਟਮੈਂਟ ਨੰਬਰ 2 ਤੋਂ ਨਹੀਂ ਮਿਲ ਸਕਦਾ। ਸੋ ਸਟੇਟਮੈਂਟ ਨੰਬਰ 1 ਤੋਂ ਜਦੋਂ ਵੀ ਆਨਸਰ ਮਿਲਦਾ ਹੈ ਅਤੇ 2 ਤੋਂ ਨਹੀਂ ਮਿਲਦਾ ਤਾਂ ਆਪਾਂ ਆਪਸ਼ਨ ਨੰਬਰ A ਮਾਰਕ ਕਰਦੇ ਹਾਂ। ਇਹ ਇੰਸਟਰਕਸ਼ਨਸ ਜਿਹੜੀਆਂ ਨੇ ਕੱਲ੍ਹ ਦੀ ਵੀਡੀਓ ਤੋਂ ਕੰਟੀਨਿਊ ਨੇ। ਕੱਲ੍ਹ ਆਪਾਂ 10 ਕੁਐਸਚਨ ਕੀਤੇ ਸੀਗੇ, ਅੱਜ ਆਪਾਂ 5 ਕੁਐਸਚਨ ਫਿਲਹਾਲ ਹੁਣ ਤੱਕ ਕਰ ਚੁੱਕੇ ਹਾਂ। ਅਗਲੇ ਕੁਐਸਚਨ ਦੇ ਉੱਤੇ ਚੱਲਦੇ ਹਾਂ। ਸੋ ਕੁਐਸਚਨ ਨੰਬਰ 15 ਆਪਣਾ ਹੋ ਚੁੱਕਾ ਹੈ। ਹੁਣ ਆਪਾਂ ਕੁਐਸਚਨ ਨੰਬਰ 16 ਦੇ ਉੱਤੇ ਪਹੁੰਚ ਚੁੱਕੇ ਹਾਂ। ਸੋ ਅਗਲਾ ਕੁਐਸਚਨ ਆਪਣਾ ਆ ਚੁੱਕਾ ਹੈ ਸਕਰੀਨ ਦੇ ਉੱਤੇ, ਬਿਲਕੁਲ ਤੁਸੀਂ ਦੇਖ ਸਕਦੇ ਹੋ। ਕਹਿ ਰਿਹਾ ਹੈ ਹਾਊ ਇਜ਼ J ਰਿਲੇਟਡ ਟੂ M। ਕੁਐਸਚਨ ਨੰਬਰ 16 ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ ਇਸ ਟਾਈਮ। ਕਹਿ ਰਿਹਾ ਹੈ ਹਾਊ ਇਜ਼ J ਰਿਲੇਟਡ ਟੂ M। ਤਾਂ J ਦਾ M ਦੇ ਨਾਲ ਕੀ ਰਿਲੇਸ਼ਨ ਹੈ, ਮਤਲਬ J ਦਾ M ਦੇ ਨਾਲ ਕੀ ਸੰਬੰਧ ਹੈ, ਇਹ ਪੁੱਛਿਆ ਗਿਆ ਹੈ। J ਦਾ M ਦੇ ਨਾਲ ਰਿਲੇਸ਼ਨ। ਸੋ ਟਰਾਈ ਕਰੋ ਜੀ ਇਸ ਵਾਰੀ ਇੱਕ ਕੁਐਸਚਨ ਨੂੰ, ਕਿਉਂਕਿ ਜਦੋਂ ਤੱਕ ਤੁਸੀਂ ਟਰਾਈ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਖੁਦ ਸਮਝ ਨਹੀਂ ਆਏਗਾ ਇਹ ਕੁਐਸਚਨ ਕਿਵੇਂ ਕਰਨਾ ਹੈ। ਸੋ ਇੱਕ ਵਾਰੀ ਟਰਾਈ ਜ਼ਰੂਰ ਕਰੋ ਆਪਣੇ ਕੁਐਸਚਨ ਨੂੰ। ਇਸ ਨੂੰ ਵੀਡੀਓ ਨੂੰ ਪੌਜ਼ ਕਰ ਸਕਦੇ ਹੋ, ਪੌਜ਼ ਕਰਨ ਤੋਂ ਬਾਅਦ ਇਸ ਕੁਐਸਚਨ ਨੂੰ ਟਰਾਈ ਕਰ ਸਕਦੇ ਹੋ। ਹਾਂਜੀ ਦੋਸਤੋ, ਮੇਰੇ ਖਿਆਲ ਨਾਲ ਤੁਸੀਂ ਇਸ ਕੁਐਸਚਨ ਨੂੰ ਟਰਾਈ ਜ਼ਰੂਰ ਕੀਤਾ ਹੋਏਗਾ, ਅਤੇ ਜੇਕਰ ਟਰਾਈ ਨਹੀਂ ਕੀਤਾ ਤਾਂ ਵੀਡੀਓ ਨੂੰ ਪੌਜ਼ ਕਰੋ ਅਤੇ ਕੁਐਸਚਨ ਨੂੰ ਟਰਾਈ ਕਰੋ। ਬਿਕੋਜ਼ ਜੇਕਰ ਤੁਸੀਂ ਖੁਦ ਟਰਾਈ ਨਹੀਂ ਕਰੋਗੇ ਜਦੋਂ ਤੱਕ, ਉਦੋਂ ਤੱਕ ਕੁਐਸਚਨ ਕਲੀਅਰ ਨਹੀਂ ਹੋਣਗੇ।
सो लियाओ आपां हुण सॉल्व करते हैं क्वेश्चन नूं। कह रहा है जे दा एम दे नाल रिलेशन की होएगा। सो हाउ इज़ जे रिलेटेड टू एम, जे दा एम दे नाल की रिलेशन होएगा। कह रहा एम हैज़ ओनली वन ब्रदर। पहली स्टेटमेंट के अकॉर्डिंग डायग्राम ड्रॉ कर लैंदे आ। सो पहली स्टेटमेंट के अकॉर्डिंग एम हैज़ ओनली वन ब्रदर। सो एम दा इक्को एक ब्रदर है। सो एम दा ये ब्रदर हो गया। एम हैज़ ओनली वन ब्रदर एंड टू सिस्टर। तो ब्रदर तो देखो इक्को ही है एम दा, बट सिस्टर किन्नियां ने, सिस्टर दो ने। मीनस एक आप एस मान लिया इत्थे। सो एस नैगेटिव तो एस नैगेटिव के नाल एक होर एस नैगेटिव मान लिया, मतलब दो सिस्टर्स ने। S1 S2 ले लें चलो। सो ये S1 हो गया जी, ये S2 हो गया। एम का एक ब्रदर हो गया, ठीक है जी। अगे चलते हैं। कह रहा है एम हैज़ ओनली वन ब्रदर एंड टू सिस्टर। चलो हजे एम के बारे जेंडर बारे आपको क्लीयर नहीं है। जे इज़ डॉटर ऑफ टी हू इज़ वाइफ ऑफ एम। तो देखो हुण इत्थों काफ़ी कुछ आपको पता लग गया सैकेंड स्टेटमेंट के नाल। कहता जे इज़ डॉटर ऑफ टी, जे जो है वो टी का, एक मिनट पहला तो देख लीए, जे जो है वो डॉटर है टी की, ठीक है जी। जे नीचे आ गया, बिल्कुल जे इत्थे अपने को आ गया। जे इज़ द डॉटर ऑफ टी, तो जे दे नाल नैगेटिव साइन लगा लीए। हू इज़ वाइफ ऑफ एम, टी भी की है, टी देखो टी हू इज़ वाइफ ऑफ एम, तो टी वाइफ होगी, एम पॉजिटिव हो गया, ठीक है जी। सो हुण देखो इत्थों रिलेशन तो आपां जो कंबाइन किया तो जे का रिलेशन एम नाल की बन गया, जे इज़ डॉटर ऑफ एम। जे का रिलेशन डॉटर ऑफ एम बनया। जे की बनया, देखो जे की बनया, जे इज़ द डॉटर ऑफ एम। सो एम की डॉटर बनी जे। सो इस क्वेश्चन का आंसर मैं एक बार वेरीफाई जरूर करना चाहांगा, बिकॉज ब्लड रिलेशन के क्वेश्चन के कई बार गलती हो जाती है। सो इस करके आप वेरीफाई जरूर करना है। क्वेश्चन नंबर 16 सीगा जी, तो इसने आंसर दिता होया है बी। ओके जी, एक होर चीज़ है इत्थों देखो, एक होर चीज़ वही जिदा आप पहला कंसैप्ट किया सी कि अगर आप सिंगल स्टेटमेंट लिख के देखिए तो सिंगल स्टेटमेंट के अकॉर्डिंग तो आपको ये दिता सी कि जे इज़ डॉटर ऑफ टी हू इज़ मैरिड टू एम। तो वही चीज़ के पहली स्टेटमेंट ये होगी। जे दूजी स्टेटमेंट के अकॉर्डिंग की हो गया, दूजी स्टेटमेंट के अकॉर्डिंग हो गया कि जे इज़ द डॉटर ऑफ टी। तो जे अपने को आ गई डॉटर ऑफ टी हू इज़ मैरिड टू डबल्यू, सॉरी हू इज़ मैरिड टू एम। सो इत्थों जे का रिलेशन पूछा गया है एम दे नाल, ठीक है जी। जे का रिलेशन चाहे एम दे नाल पूछा जाए, चाहे जे का रिलेशन टी दे नाल पूछा जाए। इस सैकेंड स्टेटमेंट तो, इस सैकेंड स्टेटमेंट तो आपां नूं एक चीज़ का आइडिया लग गया कि जे का रिलेशन अगर टी दे नाल पूछा जाता तो भी डॉटर आएगा, अगर एम दे नाल पूछा जाता है तो भी डॉटर आएगा। जे और टी और एम का जेंडर क्लीयर करने की तो आपां नूं जरूरत ही नहीं है। और वैसे भी अगर देखा जाए तो आपां नूं क्वेश्चन के विच गिवन भी है कि टी जो है टी इज़ वाइफ ऑफ एम। एक बार दोबारा चैक कर लो, क्वेश्चन के विच लिखा हुआ है आई थिंक कंसैप्ट बिल्डर, हाँ जी 17वां, हाँ जी 16वां क्वेश्चन कर रहे सी। जे इज़ डॉटर ऑफ टी हू इज़ वाइफ ऑफ एम। तो बिल्कुल इत्थे देखो बिल्कुल ही मैंशन किया हुआ है क्वेश्चन के विच कि जे जो है वो डॉटर ऑफ टी है हू इज़ वाइफ ऑफ एम, मतलब टी जो है दैट विल बी नैगेटिव जेंडर, इसका जेंडर जो है वो फीमेल आएगा, इसका जेंडर बिल्कुल इत्थे फीमेल आएगा। एक मिनट जी मार्कर थोड़ा, हाँ जी टी का जेंडर जो है दैट विल बी नैगेटिव एंड अगर मैरिज इसकी हुई है एम के नाल तो इसका जेंडर ओबवियसली पॉजिटिव आएगा। सो एम का जेंडर स्टूडेंट्स इत्थे पॉजिटिव आ जाएगा, टी का जेंडर जो है वो नैगेटिव आ जाएगा। तो पूछा तो आपको जे का रिलेशन है एम के नाल, तो जे का रिलेशन तो एम के नाल बिल्कुल डॉटर बन रहा है। तो ये पहली स्टेटमेंट जी है उसकी उस तो अपन कुछ आइडिया नहीं लग रहा। सो उही गलती आप इत्थे भी की है कि दोनों स्टेटमेंट्स को अलग अलग लिखना है। अगर आप अलग अलग लिख के सॉल्व करांगे
दैन अपने को डेफिनेटली एक आंसर बनेगा कि इस दोनों ਨੂੰ ਕੰਬਾਈਨ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਬਿਕੋਜ਼ ਇੱਥੇ ਕੀ ਹੈ, ਇੱਥੇ ਵੀ ਸਟੇਟਮੈਂਟ 2 ਦੇ ਨਾਲ ਆਂਸਰ ਆਪਣੇ ਕੋਲ ਆ ਰਿਹਾ ਸੀ ਤੇ ਆਪਾਂ ਨੂੰ ਕੰਬਾਈਨ ਕਰਨ ਦੀ ਜ਼ਰੂਰਤ ਦੋਨਾਂ ਨੂੰ नहीं ਸੀਗੀ। ਸੋ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਣਾ ਹੈ। मैं भी ਅੱਗੇ ਤੋਂ ਕੋਸ਼ਿਸ਼ ਕਰਾਂਗਾ कि इस चीज़ का बिल्कुल ध्यान रखा, जिथे भी थोड़ी बहुत गलती अपनी हो रही है उस गलती की बिल्कुल गुंजाइश को खत्म किया जाए। सो इस तरीके क्वेश्चन नंबर 16वें का आंसर बन जाएगा स्टेटमेंट बी के नाल आंसर आ रहा है स्टेटमेंट 2 के नाल, दैट मीनस इसका आंसर बन जाएगा ऑप्शन नंबर बी। सो ऑप्शन नंबर बी विल बी द राइट आंसर फॉर क्वेश्चन नंबर 16। क्वेश्चन नंबर 16 का जो आंसर आएगा वो बिल्कुल बी ऑप्शन आएगा। गल करते हाँ अगले क्वेश्चन की। अगला क्वेश्चन थोड़ी स्क्रीन के उत्ते डिस्पले हो रहा होएगा। आई थिंक इंस्ट्रक्शनस वही ने जो पहला सीगियां। हाँ जी, इंस्ट्रक्शनस वही ने। तो अगला क्वेश्चन अपने को आ गया है ऑन विच डे यासिर बॉर्न। ठीक है जी, यासिर बारे पूछा जा रहा है कि यासिर ऑन विच डे वाज यासिर बॉर्न। His date of birth is 29th February। सो ये क्वेश्चन जो है लीप ईयर के विचों कंसैप्ट आया है। लीप ईयर का कंसैप्ट इस क्वेश्चन के विच यूज किया गया है। सो इस क्वेश्चन को भी तुसीं एक बार पॉज कर लेना है। पहला पॉज करन तो बाद तुसीं इस क्वेश्चन को ट्राई करना है तो उस तो बाद आप इस क्वेश्चन को डिस्कस करांगे। सो आई रिक्वेस्ट यू अगेन टू पॉज दिस वीडियो एंड टू ट्राई दिस क्वेश्चन। एक बार मैं फिर रिक्वेस्ट करांगा स्टूडेंट्स कि तुसीं एक बार अपने इस क्वेश्चन वीडियो नू पॉज करना है तो क्वेश्चन को ट्राई करना है, फिर आप इस क्वेश्चन को डिस्कस करांगे। बहुत ही इंटरस्टिंग कंसैप्ट है। वीडियो नू पॉज करके एक बार ट्राई करो क्वेश्चन नू। सो शुरू करते हैं जी क्वेश्चन करना। आई होप तुसीं ट्राई किया होएगा। अगर तुसीं ट्राई नहीं किया तो एटलीस्ट मैं रिक्वेस्ट जरूर करांगा कि एक बार जरूर ट्राई करो। ठीक है जी। सो कह रहा है हिज डेट ऑफ बर्थ इज़ February 29। तो February 29 बच्चे कदों मिलेगा आपां नूं? February 29 उदों मिलेगा जदों अपने को लीप ईयर होएगा। अगर अपने को नॉन लीप ईयर होएगा मतलब ऑर्डनरी ईयर होएगा उस दे विच तां 29 February आएगा ही नहीं। तो 29 February का सिर्फ लीप ईयर के विच आएगा। हुण गल की है, आपां इत्थों लीप ईयर फाइंड आउट करना आ कि किहड़े साल दे विच उसका बर्थ होया। ठीक है जी। सो देखो ही वाज बॉर्न बिटवीन 2005 एंड 2011। तो कह रहा है कि 2005 और 2011 के विच उसका जन्म हुंदा है। तो इत्थों पहली स्टेटमेंट तो मेरे ख्याल नाल इन्ना क आइडिया लग सकता है कि 2008 जो है दैट इज़ लीप ईयर। 2008 जो है वह लीप ईयर बन रहा है अपना। 2005 तो बाद 2008 ही बनेगा मेरे ख्याल नाल, तो उस तो बाद तो कोई बनेगा नहीं। एंड अगे चलते हैं, कहता ही विल कंप्लीट 4 years ऑन February 29 2012। तो वह 4 साल कंप्लीट कर लेगा 19 फरवरी 2012 नूं। तो मतलब उसका जन्म कदों होया? उसका जन्म होया जी February 29। 4 साल का हो जाएगा ना वो। February 29 2008 नूं ही होया होएगा। चाहे उस 9 दे विच 1 साल का होया, 10 दे विच 2 साल का, 11 12। सो February 29 के अकॉर्डिंग इत्थों उसका जन्म जो है वो बर्थ जो है वो होया सी 2008 दे विच। बिल्कुल दोनों स्टेटमेंट्स तो आपां नूं आंसर मिल रहा है। दोनों स्टेटमेंट्स नूं आपां यूज़ करके पहली स्टेटमेंट तो भी इंडिविजुअल आंसर मिल रहा है, दूजी स्टेटमेंट तो भी इंडिविजुअल आंसर मिल रहा है। मतलब जां तां आपां पहली स्टेटमेंट इकल्ली यूज़ कर लीए सिंगल, जां दूजी स्टेटमेंट इकल्ली यूज़ कर लीए। तो मतलब ये है कि देखो इस दे विच जदों ऑप्शन ए एंड बी स्टेटमेंट 1 एंड 2 दोनों अलोन जिहड़ियां ने आंसर करन दे सफिशेंट होण तो उस दे विच अपना ऑप्शन बनता हुंदा है ऑप्शन नंबर सी। इंस्ट्रक्शनस तुसीं देख सकते हो, जेकर तुसीं कल दी वीडियो नहीं देखी उस दे विच मैं सारियां इंस्ट्रक्शनस नूं स्टार्टिंग दे विच दस्सिया सीगा। सो इस क्वेश्चन का आंसर बन जाएगा ऑप्शन नंबर सी। सो इस क्वेश्चन के आंसर लई मैं एक बार फिर दोबारा नीचे जाके वेरीफाई करना चाहांगा
क्योंकि इन्हां क्वेश्चनों के थोड़ी जी गलती होने के चांसिस रहते हैं। क्वेश्चन नंबर 17 की गल कर रहे थे आपां, तो क्वेश्चन नंबर 17 बिल्कुल जी इत्थों तुसीं देख सकते हो कि क्वेश्चन नंबर 17 दे विच बिल्कुल लिखिया होया है कि देख सकते हो कि 17वें क्वेश्चन का सी आंसर है। मीनस दोनों ऑप्शनस तो आपां नूं आंसर जो है वो मिल रहा है, इस करके इस क्वेश्चन का आंसर जो है वो सी ऑप्शन बन जाएगा। क्वेश्चन नंबर 17 तो बाद अपना आ जाता है क्वेश्चन नंबर 18, थोड़ी स्क्रीन के उत्ते डिस्पले हो जाएगा जी। ठीक है जी, थोड़ी स्क्रीन के उत्ते बिल्कुल डिस्पले हो रहा है क्वेश्चन। वैन डायग्राम के विचों क्वेश्चन पूछा गया है, इन्ना सौखा क्वेश्चन नहीं होएगा जिन्नी उम्मीद लग रही होगी थोनों। ठीक है जी, सो देखते हैं की क्वेश्चन है। क्वेश्चन अपन नूं कह रहे है आउट ऑफ 64 स्टूडेंट्स 38 प्ले बोथ चैस एंड क्रिकेट। तो चैस ते क्रिकेट, चैस एंड क्रिकेट दोनों गेम्स नूं किन्ने जने प्ले करते हैं? 38। हाउ मैनी स्टूडेंट्स प्ले ओनली चैस? तो ओनली चैस का बारे तो आपां नूं पता नहीं लग्या। 38 प्ले, अच्छा 38 बोथ चैस एंड क्रिकेट, तो चैस एंड क्रिकेट जो सांझे ने वो खेडते हैं 38। अगे चलते हैं जी, ये पहला अपन क्वेश्चन के ही गिवन है, हजे स्टेटमेंट तो नहीं पहुँचे आप। सो क्वेश्चन के ही इन्नी चीज़ गिवन है। अगे चलते हैं, कह रहे आउट ऑफ 64 स्टूडेंट्स 22 स्टूडेंट्स डोंट प्ले एनी गेम। 22 स्टूडेंट्स डोंट प्ले एनी गेम, तो 22 विचों बाहर कढ़ दो, मतलब बाकी कितना बचते हैं? 42 स्टूडेंट बचते हैं। सो पहला आप इत्थे एक सर्कल बनाने, ये सर्कल अपना आ गया मान लो चैस का, एंड ये सर्कल आ गया अपना क्रिकेट का। थोड़ा जिहा रेज करके बना लैने वड्डा। सो ये अपना एक सर्कल बन गया जी, एक सर्कल दूजा बन गया। एक मिनट जी वेट करियो, होल्ड। सो ये अपना दूजा सर्कल हो गया। ठीक है, हुण देखो करना की है क्वेश्चन के वैन डायग्राम का क्वेश्चन है, ट्राई आप कर रहे हैं, बाकी देखते हैं। 22 स्टूडेंट कहता कुछ नहीं खेडते, तो 22 स्टूडेंट जेकर कुछ नहीं खेडते तो बाकी किन्ने बचे? बाकी बचे जी 42। 42 दे विचों 38 जिहड़े ने वो चैस एंड क्रिकेट दोनों खेडते हैं, तो 38 इत्थे कॉमन ले लैने। 38 अपने कोल आ गए ने जिहड़े चैस एंड क्रिकेट दोनों खेडते हैं। 4 स्टूडेंट प्ले ओनली क्रिकेट, तो 4 इदां दे ने जिहड़े क्रिकेट खेडते हैं सिर्फ। आ अपने को क्रिकेट वाले हो गए, ये अपने को क्रिकेट वाले स्टूडेंट हो गए, तो ये अपने को चैस वाले हो गए। ठीक है जी, पहली स्टेटमेंट तो ये क्लीयर हो गया आपां नूं। हुण पुछया की है हाउ मैनी स्टूडेंट प्ले ओनली चैस, तो पहली स्टेटमेंट के अकॉर्डिंग देखो 38 इत्थे हो गए, 38 ते 4 42 हो गए जी पूरे अपने। तो मतलब चैस किन्ने खेडते हैं? ओनली, अच्छा ओनली चैस वाले तो फिर जीरो हो गए जी। देखो पहली स्टेटमेंट के अकॉर्डिंग ओनली चैस वाले तो जीरो हो गए, बट आप कढ़ सकते हैं, इदा नहीं है भी आप नहीं कढ़ सकते पहले क्वेश्चन तो, पहली स्टेटमेंट तो। पहली स्टेटमेंट के उत्तों विचों आप यूजिंग द फस्ट स्टेटमेंट वी कैन फाइंड द आंसर, बट द आंसर विच इज़ कमिंग दैट इज़ जीरो। तो आंसर आ जरूर रहा है, बट आंसर कितना आ रहा है? जीरो आंसर आ रहा है। चलो दूजी स्टेटमेंट के उत्ते चलते हैं। दूजी स्टेटमेंट आपां नूं कह रही है कि आउट ऑफ 64 स्टूडेंट्स 20 आर गर्ल्स एंड 10 ऑफ दैम डू नॉट प्ले एनी गेम। दूजी स्टेटमेंट तो आपां नूं ये पता लग्या कि 64 स्टूडेंट्स टोटल सीगे, 64 दे विचों 20 गर्ल्स ने, मतलब 44 बॉयज़ बचते हैं, 44 बॉयज़ बचते हैं, तो गर्ल्स जड़ियाँ ने 10 कोई भी गेम नहीं खेडदियाँ। 10 गर्ल्स जड़ियाँ ने वो कोई गेम नहीं खेडदियाँ। चलो उस गल नाल तां कोई लेगा देगा नहीं है आपां नूं। सो इत्थों देखो 44 बनते हैं बाद दे विच बॉयज़, बट अगर आप तुसीं दो सर्कल ड्रॉ करके देखो, आह वाला सर्कल हो गया या दूजा सर्कल हो गया बॉयज़ वाला, इस क्रिकेट एंड चैस वाला। सो इस दे विच देखो हुण अगर 38 प्ले बोथ चैस एंड क्रिकेट, तो 38 जिहड़े चैस एंड क्रिकेट दोनों खेडते हैं, तो 38 तो इत्थे आ गए ना अपने, 38 चैस एंड क्रिकेट के हो गए। 10 गर्ल्स जड़ियाँ ने कोई गेम नहीं खेडदियाँ, इस गल का कोई खास मीनिंग इत्थे बन नहीं रहा। 10 गर्ल्स कोई गेम नहीं खेडदियाँ, उस गल का कोई खास मीनिंग नहीं बन रहा। तो 20 गर्ल्स है, इस गल का भी कोई खास मीनिंग नहीं बन रहा,
क्योंकि आपां की फाइंड आउट करना है, आपां तो ये पता करना है हाउ मैनी स्टूडेंट्स प्ले ओनली चैस, किन्ने स्टूडेंट ने ਜਿਹੜੇ सिर्फ चैस खेडते हैं, आपां ये पता करना है। तो ये वाली चीज़ तो कितों सैकेंड स्टेटमेंट के बिल्कुल नेड़े तेड़े भी नहीं है कि आपां पता कर सकीए। तो स्टेटमेंट 1 तो आपां नूं बिल्कुल आंसर मिल गया सीगा 0। दैट मीनस स्टेटमेंट 1 तो आपां नूं आंसर मिल सकता है, स्टेटमेंट 2 तो आंसर नहीं मिल सकता। एक बार वैरीफाई करने लई नीचे चलते हैं। क्वेश्चन नंबर 18 सी जी। सो बिल्कुल बिल्कुल देख सकते हो, पहली स्टेटमेंट के अकॉर्डिंग अपने को ओनली चैस से आ गए 0। मैं इतों थोड़ी स्क्रीन क्लीयर कर देना ताकि तुहानूं दिख जाए क्लीयरली। कह रहा है देखो ए ऑप्शन बिल्कुल राइट आंसर बनेगा। ए ऑप्शन ही आपां बनाया सी। ए ऑप्शन का मीनिंग की हुंदा है? ए ऑप्शन का मीनिंग हुंदा है कि स्टेटमेंट जिहड़ी फस्ट स्टेटमेंट है दैट अलोन इज सफिशेंट टू आंसर द क्वेश्चन। स्टेटमेंट 1 अलोन इज सफिशेंट टू आंसर द क्वेश्चन बट स्टेटमेंट 2 अलोन इज नॉट सफिशेंट। तो जिहड़ी स्टेटमेंट 2 है वो सफिशेंट नहीं है क्वेश्चन का आंसर करने के लिए। जिहड़ी स्टेटमेंट नंबर 1 है वो सफिशेंट है, यह इस क्वेश्चन का आंसर बनता है। हुण तुसीं चैक कर सकते हो वैन डायग्राम आपां बनाया सीगा, ओनली चैस दे 0 आ गए है देखो फस्ट स्टेटमेंट तो दूजी स्टेट इनफॉर्मेशन तो आपां नूं कोई इनफॉर्मेशन नहीं मिल रही बॉयज़ के बारे तो गर्ल्स के बारे ही आपां नूं कुछ इनफॉर्मेशन वगैरह दी हुई है। उस तो आपां नूं ओनली चैस का पता बिल्कुल नहीं लग पा रहा, इस करके सैकेंड स्टेटमेंट तो अपना आंसर नहीं बन पाएगा। आंसर अपना सिर्फ स्टेटमेंट नंबर फस्ट तो बन पाएगा तो फस्ट स्टेटमेंट के अकॉर्डिंग अपना आंसर जो है वो 0 आएगा। आई होप इन्नियां कुछ गल्लां तुहानूं समझ आ गईयां होणगीਆਂ। जेकर वीडियो चंगी लगे तो वीडियो नूं लाइक शेयर एंड चैनल नूं सबसक्राइब जरूर कर लो। हुण आपां क्वेश्चन नंबर 19 करांगे। 8 क्वेश्चन अज की वीडियो के विच आपां कर चुके हैं। अप्रोक्सीमेटली 5 तो 6 मिनट लग जाते हैं जदों एक क्वेश्चन नूं एक्सप्लेन करना हुंदा है। सो क्वेश्चन नंबर 18 करके हटे हैं जी। हुण आपां क्वेश्चन नंबर 19 कर रहे हैं। रेशो एंड प्रपोर्शन का क्वेश्चन आ चुका है। सो हुण अपने कोल क्वेश्चन आ चुका है रेशो एंड प्रपोर्शन का। सो कह रहा है कि व्हाट इज द टोटल नंबर ऑफ स्टूडेंट्स इन द स्कूल। कह रहा है कि व्हाट इज द टोटल नंबर ऑफ स्टूडेंट्स इन द स्कूल। स्कूल दे विच टोटल नंबर ऑफ स्टूडेंट्स किन्ने ने। फस्ट स्टेटमेंट आपां नूं कह रही है द रेशो ऑफ गर्ल्स टू बॉयज़ इज 2:3। तो गर्ल्स एंड बॉयज़ की रेशो आपां नूं दित्ती हुई है दैट इज़ 2:3। सो देखने वाली गल होएगी कि इसका कोई बेनीफिट है या नहीं है। नोट कर लेने एक साइड क्योंकि ये भी बहुत आपां चीज़ देखी है कि किते किते आपां थोड़ी गलती कर रहे हैं। सो पहला तो पहली स्टेटमेंट तो आपां नूं मिल की रहा है 2:3 मिल रही है गर्ल्स टू बॉयज़ रेशो। तो गर्ल्स टू बॉयज़ रेशो जिहड़ी है दैट इज़ 2:3। तो गर्ल्स एंड बॉयज़ की रेशो जिहड़ी अपने कोल आई है दैट इज़ 2:3 अपने कोल रेशो आई है। हुण गल करते हैं अगे। अगे आपां नूं पहली स्टेटमेंट के होर कुछ नहीं दिता होया, सो इसनूं खत्म कर देंगे इत्थे। दूजी स्टेटमेंट से चलते हैं। दूजी स्टेटमेंट कह रही है द नंबर ऑफ स्टूडेंट्स हैज़ ग्रोन बाय 5% दिस ईयर एज कंपेयर टू 4% लास्ट ईयर फ्रॉम द नंबर 2000 विच इट वाज ईयर बिफोर लास्ट। तो क्वेश्चन में ध्यान देना, पढ़ लो एक बार समझ लो। कह रहा है कि स्टूडेंट्स की गिणती जी है 5% इनक्रीज़ हुई है इस साल एज कंपेयर टू पिछले साल 4% इनक्रीज़ हुई सी फ्रॉम द नंबर 2000। तो 2000 तो देखो पहला की होया 2000 तो पहला 4% इनक्रीज़ हुई। तो जेकर 2000 तो 4% इनक्रीज़ करोगे तो 2000 का 4% कड्डोगे तो 80 आ जाएगा। मतलब 2080 आ गया जी, 2080 आ गया। उस तो बाद की है 2080 तो बाद वो कह रहा है फिर कितना इनक्रीज़ होया 5% का। तो 5% नूं 1/20 कर सकते हो इत्थों। तो 1/20 नाल जदों गुणा करांगे तो इत्थों 0 नाल 0 कैंसल हो जाएगी तो 104 आ जाएगा। मतलब 104 स्टूडेंट्स होर ऐड हो गए, 5% ऐड हो गए 104। तो 2084 दे विच 2080 दे विच 104 होर ऐड कर देंगे
ਤਾਂ ਜਦੋਂ 104 ਐਡ ਕਰਾਂਗੇ ਤਾਂ ਇਹ ਬਣ ਜਾਏਗਾ 2184। ਸੋ ਇਸ ਸਾਲ ਕਿੰਨੇ ਆ ਟੋਟਲ ਸਟੂਡੈਂਟ ਕਿੰਨੇ ਹੋ ਗਏ ਜੀ ਸਕੂਲ ਦੇ ਵਿੱਚ 2184 ਸਟੂਡੈਂਟ ਟੋਟਲ ਹੋ ਗਏ। ਬਟ ਇਹ ਆਪਾਂ ਨੂੰ ਪਤਾ ਕਿਸ ਤੋਂ ਲੱਗਿਆ, ਇਹ ਆਪਾਂ ਨੂੰ ਸੈਕਿੰਡ ਸਟੇਟਮੈਂਟ ਤੋਂ ਪਤਾ ਲੱਗਿਆ ਹੈ। ਫਸਟ ਸਟੇਟਮੈਂਟ ਜਿਸ ਦੇ ਵਿੱਚ ਆਪਾਂ ਨੂੰ ਸਿਰਫ ਰੇਸ਼ੋ ਦਿੱਤੀ ਹੋਈ ਸੀ, ਉਸ ਤੋਂ ਆਪਾਂ ਨੂੰ ਸਟੂਡੈਂਟ ਟੋਟਲ ਸਕੂਲ ਦੇ ਵਿੱਚ ਕਿੰਨੇ ਨੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਦੈਟ ਮੀਨਸ ਇਸ ਕੁਐਸਚਨ ਦੇ ਵਿੱਚ ਸਟੇਟਮੈਂਟ ਜਿਹੜੀ ਹੈ ਬੀ ਅਲੋਨ, ਸਟੇਟਮੈਂਟ ਬੀ ਅਲੋਨ ਵਿਲ ਬੀ ਸਫੀਸ਼ੀਐਂਟ ਟੂ ਆਨਸਰ ਦਾ ਕੁਐਸਚਨ, ਵਾਈਲ ਸਟੇਟਮੈਂਟ ਏ ਜਿਹੜੀ ਹੈ ਉਹ ਸਫੀਸ਼ੀਐਂਟ ਨਹੀਂ ਹੋਏਗੀ। ਤਾਂ ਇਸ ਕੁਐਸਚਨ ਦਾ ਆਨਸਰ ਬੀ ਆਪਸ਼ਨ ਬਣ ਜਾਏਗਾ। ਸਟੇਟਮੈਂਟ 2 ਸਫੀਸ਼ੀਐਂਟ ਹੈ ਆਨਸਰ ਕਰਨ ਲਈ, ਇਸ ਕਰਕੇ ਇਸ ਕੁਐਸਚਨ ਦਾ ਆਨਸਰ ਬੀ ਆਪਸ਼ਨ ਬਣ ਜਾਏਗਾ। ਸੋ ਇਸ ਤਰੀਕੇ ਨਾਲ ਸਟੂਡੈਂਟਸ ਆਪਣੇ ਜਿਹੜੇ 9 ਕੁਐਸਚਨ ਨੇ ਉਹ ਪੂਰੇ ਹੋ ਚੁੱਕੇ ਨੇ ਤੇ ਹੁਣ ਆਪਾਂ 10th ਕੁਐਸਚਨ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ 10th ਕੁਐਸਚਨ ਸਟਾਰਟ ਕਰੀਏ, ਇੱਕ ਛੋਟੀ ਜਿਹੀ ਰਿਕੁਐਸਟ ਜ਼ਰੂਰ ਕਰਾਂਗਾ ਕਿ ਆਪਾਂ ਸ਼ੁਰੂ ਦੇ ਵਿੱਚ ਵੀ ਵੀਡੀਓ ਦੇ ਵਿੱਚ ਗੱਲ ਕਰ ਰਹੇ ਸੀਗੇ ਸਟਾਰਟਿੰਗ ਦੇ ਵਿੱਚ ਕਿ ਜੋ ਵੀ ਇਸ ਟਾਈਮ ਸਿਚੁਏਸ਼ਨ ਹੁੰਦੀਆਂ ਨੇ, ਪਰਮਾਤਮਾ ਜੋ ਵੀ ਚਾਹੁੰਦਾ ਹੈ ਉਹੀ ਚੀਜ਼ ਹੁੰਦੀ ਹੈ। ਬਟ ਫਿਰ ਵੀ ਇੱਕ ਮਨ ਦੇ ਵਿੱਚ ਹੁੰਦਾ ਹੈ ਕਿ ਚਲੋ ਜੋ ਵੀ ਹੋਵੇ ਉਹ ਚੰਗੇ ਦੇ ਲਈ ਹੋਏ। ਤਾਂ ਕੁਝ ਚੀਜ਼ਾਂ ਹੁੰਦੀਆਂ ਨੇ ਇਸ ਟਾਈਮ ਵੀ ਕਾਫੀ ਚੀਜ਼ਾਂ ਹੈਂਡਲ ਨਹੀਂ ਹੋ ਰਹੀਆਂ। ਸੋ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਦੇ ਲਈ ਜ਼ਿਆਦਾ ਦਿਮਾਗ ਤਾਂ ਲਗਾਉਣ ਦੀ ਕੋਈ ਉਹ ਹੈ ਨਹੀਂ ਕਿ ਕਾਫੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਦਿਮਾਗ ਲਗਾਇਆ ਜਾਏ। ਬਟ ਇੱਦਾਂ ਹੁੰਦਾ ਹੈ ਵੀ ਕਈ ਵਾਰੀ ਚੀਜ਼ਾਂ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ। ਸੋ ਪਹਿਲਾਂ ਵੀ ਸ਼ਾਇਦ ਇੱਕ ਦੋ ਸਿਚੁਏਸ਼ਨਸ ਇੱਦਾਂ ਦੀਆਂ ਆ ਚੁੱਕੀਆਂ ਨੇ, ਬਟ ਫਿਰ ਵੀ ਇਹ ਹੁੰਦਾ ਹੈ ਕਿ ਚਲੋ ਜੋ ਵੀ ਟਾਈਮ ਹੈ ਉਹ ਬੀਤ ਜਾਏਗਾ। ਅਤੇ ਬਟ ਫਿਰ ਵੀ ਆਪਾਂ ਪੋਜ਼ੀਟਿਵ ਸੋਚਦੇ ਹਾਂ ਕਿ ਹਾਂ ਜੋ ਵੀ ਹੋਇਆ ਚਲੋ ਕੁਛ ਵੀ ਹੈ, ਚਾਹੇ ਉਹ ਲਾਈਫ ਦੇ ਨਾਲ ਰਿਲੇਟਡ ਹੈ, ਚਾਹੇ ਆਪਣਾ ਸਟੱਡੀ ਦੇ ਨਾਲ ਰਿਲੇਟਡ ਹੋਵੇ, ਚਾਹੇ ਜੋਬ ਦੇ ਨਾਲ ਰਿਲੇਟਡ ਹੋਵੇ, ਕੁਛ ਵੀ ਚੀਜ਼ ਹੋਵੇ, ਆਪਾਂ ਸਿਰਫ ਇੱਕ ਚੀਜ਼ ਕਰ ਸਕਦੇ ਹਾਂ ਕਿ ਆਪਾਂ ਪੋਜ਼ੀਟਿਵ ਸੋਚ ਸਕਦੇ ਹਾਂ ਲਾਈਫ ਦੇ ਵਿੱਚ ਕਿ ਅੱਜ ਜੋ ਵੀ ਹੈ ਉਹ ਅੱਜ ਆਪਾਂ ਉਸਨੂੰ ਅੱਗੇ ਪੋਜ਼ੀਟਿਵ ਤਰੀਕੇ ਨਾਲ ਸੋਚ ਕੇ ਚੱਲੀਏ ਕਿ ਜੋ ਵੀ ਹੋਏਗਾ ਉਹ ਪਰਮਾਤਮਾ ਨੇ ਸੋਚ ਕੇ ਹੀ ਕੀਤਾ ਹੋਏਗਾ ਅਤੇ ਅੱਗੇ ਵੀ ਜੋ ਪਰਮਾਤਮਾ ਕਰੇਗਾ ਉਹ ਆਪਣੇ ਚੰਗੇ ਦੇ ਲਈ ਕਰੇਗਾ। ਹਾਂ, ਇਹ ਚੀਜ਼ ਆਪਣੀ ਅਲੱਗ ਹੈ ਕਿ ਆਪਾਂ ਜੋ ਪਰਮਾਤਮਾ ਤੋਂ ਬਹੁਤ ਆਸਾਂ ਲਾ ਕੇ ਬੈਠਦੇ ਹਾਂ, ਆਪਾਂ ਬਹੁਤ ਉਮੀਦ ਕਰਦੇ ਹਾਂ ਕਿ ਇਹ ਚੀਜ਼ ਇੱਦਾਂ ਹੋ ਜਾਏ, ਉਹ ਚੀਜ਼ ਇੱਦਾਂ ਹੋ ਜਾਏ, ਆਪਾਂ ਨੂੰ ਇਹ ਮਿਲ ਜਾਏ, ਆਪਾਂ ਨੂੰ ਉਹ ਮਿਲ ਜਾਏ, ਬਹੁਤ ਆਪਾਂ ਆਸਾਂ ਲਾਉਂਦੇ ਹਾਂ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਸਾਰਿਆਂ ਦੀ ਹੀ ਗੱਲ ਕਰ ਰਿਹਾ, ਵਿੱਚੇ ਤੁਸੀਂ ਹੋ, ਵਿੱਚੇ ਹੋਰ ਵੀ ਪਰਸਨਸ ਨੇ। ਆਪਾਂ ਬਹੁਤ ਉਮੀਦ ਕਰਦੇ ਹਾਂ ਪਰਮਾਤਮਾ ਤੋਂ ਅਤੇ ਚਲੋ ਪਰਮਾਤਮਾ ਸਭ ਨੂੰ ਦਵੇ ਵੀ, ਇੱਦਾਂ ਦੀ ਗੱਲ ਨਹੀਂ ਹੈ। ਕਈ ਜਣੇ ਕਾਫੀ ਹੋਣਗੇ ਤੁਹਾਡੇ ਵਿੱਚ ਜਿਹੜੇ ਇਸ ਚੀਜ਼ ਨਾਲ ਸ਼ਾਇਦ ਆਰਗੂਮੈਂਟ ਕਰਨਗੇ, ਬਟ ਫਿਰ ਵੀ ਇੱਕ ਹੁੰਦਾ ਹੈ ਕਿ ਚਲੋ ਪਰਮਾਤਮਾ ਸਭ ਨੂੰ ਜੋ ਵੀ ਦੇਵੇ ਉਹ ਚੰਗੇ ਦੇ ਲਈ ਦੇਵੇ। ਠੀਕ ਹੈ ਜੀ, ਬੰਦੇ ਨੂੰ ਕੋਈ ਪਛਤਾਵਾ ਨਾ ਹੋਵੇ ਹਾਂ ਕਿ ਇਹ ਚੀਜ਼ ਮੇਰੇ ਨਾਲ ਗਲਤ ਹੋ ਗਈ, ਉਦੋਂ ਮੈਨੂੰ ਇੱਦਾਂ ਮਿਲ ਜਾਂਦਾ, ਉਦੋਂ ਇਹ ਚੀਜ਼ ਹੋ ਜਾਂਦੀ, ਇੱਦਾਂ ਹੋ ਜਾਂਦਾ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਬਾਕੀ ਪਰਮਾਤਮਾ ਜਾਣਦਾ ਜੋ ਵੀ ਹੁੰਦਾ ਹੈ। ਸੋ ਹੂ ਅਮੰਗ ਦਾ 6 ਆਫ ਦੈਮ ਇਜ਼ ਦਾ ਟੋਲੈਸਟ ਇਫ ਗੀਤਾ ਇਜ਼ ਟੋਲਰ ਦੈਨ ਸ਼ੀਪਾ। ਤੋਂ ਬਹੁਤ ਕੁਝ ਦਿੱਤਾ ਹੋਇਆ ਜੀ ਕੁਐਸਚਨ ਦੇ ਵਿੱਚ। ਚਲੋ ਸੋਲਵ ਕਰਦੇ ਹਾਂ ਕੁਐਸਚਨ ਨੂੰ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਚਲੋ ਕੁਐਸਚਨ ਸਟਾਰਟ ਕਰਦੇ ਹਾਂ। ਕਹਿ ਰਿਹਾ ਹੂ ਅਮੰਗ ਦਾ 6 ਆਫ ਦੈਮ ਇਜ਼ ਟੋਲੈਸਟ ਇਫ, ਕੁਐਸਚਨ ਦੇ ਵਿੱਚ ਹੀ ਬੜਾ ਕੁਝ ਦਿੱਤਾ ਹੋਇਆ। ਕਹਿੰਦਾ ਗੀਤਾ ਇਜ਼ ਟੋਲਰ ਦੈਨ ਸ਼ਿਲਪਾ, ਗੀਤਾ ਸ਼ਿਲਪਾ ਤੋਂ ਟੋਲਰ ਹੈ। ਐਂਡ ਦੀਪਾ ਇਜ਼ ਟੋਲਰ ਦੈਨ ਮੀਟਾ, ਤਾਂ ਦੀਪਾ ਜੋ ਹੈ, ਦੀਪਾ ਇਜ਼ ਟੋਲਰ ਦੈਨ ਮੀਟਾ, ਮੀਟਾ ਤੋਂ ਵੱਡੀ ਹੈ ਦੀਪਾ। ਸੁਨੀਤਾ ਐਂਡ ਸਾਧਨਾ ਆਰ ਅਦਰ ਟੂ, ਸੁਨੀਤਾ ਐਂਡ ਸਾਧਨਾ ਜਿਹੜੀਆਂ ਨੇ ਉਹ ਅਲੱਗ ਹੋਰ 2 ਜਣੀਆਂ ਨੇ। ਠੀਕ ਹੈ, 6 ਜਣੇ ਨੇ ਨਾ ਟੋਟਲ। ਇੱਕ ਗੀਤਾ ਹੋ ਗਿਆ, ਗੀਤਾ ਐਂਡ ਸ਼ਿਲਪਾ, ਦੀਪਾ ਇਜ਼ ਟੋਲਰ ਦੈਨ ਮੀਠਾ। ਤਾਂ ਆਹ ਸਟੇਟਮੈਂਟ ਨੰਬਰ ਆਹ ਤਾਂ ਕੁਐਸਚਨ ਦੇ ਵਿੱਚ ਹੀ ਦੇ ਦਿੱਤਾ ਆਪਾਂ ਨੂੰ। ਹੁਣ ਦੇਖੋ ਸਟੇਟਮੈਂਟ 1 ਕੀ ਕਹਿ ਰਹੀ ਹੈ। ਸਟੇਟਮੈਂਟ 1 ਕਹਿ ਰਹੀ ਹੈ ਸਾਧਨਾ ਇਜ਼ ਟੋਲਰ ਦੈਨ ਸੁਨੀਤਾ। ਸਾਧਨਾ ਜੋ ਹੈ, ਸਾਧਨਾ ਜੋ ਹੈ ਦੈਟ ਇਜ਼ ਟੋਲਰ ਦੈਨ ਸੁਨੀਤਾ। ਹੁਣ ਸੁਨੀਤਾ ਤੋਂ ਸਾਧਨਾ ਟੋਲਰ ਹੈ, ਬਟ ਆਪਾਂ ਨੂੰ ਇੱਥੋਂ ਇਹ ਤਾਂ ਨਹੀਂ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਇਹਨਾਂ ਨਾਲ ਕੀ ਰਿਲੇਸ਼ਨ ਹੈ ਜਾਂ ਇਹਨਾਂ ਨਾਲ ਕੀ ਰਿਲੇਸ਼ਨ ਹੈ। ਅੱਗੇ ਚੱਲਦੇ ਹਾਂ। ਦੂਜੀ ਸਟੇਟਮੈਂਟ ਦੇਖੋ, ਕਹਿ ਰਿਹਾ ਹੈ ਸਾਧਨਾ ਇਜ਼ ਟੋਲਰ ਦੈਨ ਸ਼ਿਲਪਾ। ਸਾਧਨਾ ਜੋ ਹੈ ਸੈਕਿੰਡ ਸਟੇਟਮੈਂਟ ਤੋਂ ਦੇਖੋ, ਹੁਣ ਸਾਧਨਾ ਇਜ਼ ਟੋਲਰ ਦੈਨ ਸ਼ਿਲਪਾ, ਤਾਂ ਸਾਧਨਾ ਜੋ ਹੈ ਉਹ ਸ਼ਿਲਪਾ ਤੋਂ ਟੋਲਰ ਹੈ। ਐਂਡ ਮੀਟਾ ਐਜ਼ ਵੈਲ ਐਜ਼ ਦੀਪਾ, ਸਾਧਨਾ ਇਜ਼ ਟੋਲਰ ਦੈਨ ਸ਼ਿਲਪਾ। ਪਹਿਲਾਂ ਤਾਂ ਸਾਧਨਾ ਦਾ ਦੇਖੋ ਕੀ ਹੈ, ਸਾਧਨਾ ਕਹਿ ਰਿਹਾ ਹੈ ਸਾਧਨਾ ਇਜ਼ ਟੋਲਰ ਦੈਨ ਸ਼ਿਲਪਾ, ਤਾਂ ਸਾਧਨਾ ਤਾਂ ਬਿਲਕੁਲ ਇੱਥੋਂ ਸ਼ਿਲਪਾ ਤੋਂ ਵੱਡੀ ਹੋ ਗਈ, ਕੋਈ ਗੱਲ ਨਹੀਂ। ਸਾਧਨਾ ਜੋ ਹੈ ਦੈਟ ਇਜ਼ ਟੋਲਰ ਦੈਨ ਸ਼ਿਲਪਾ ਐਂਡ ਮੀਟਾ ਐਜ਼ ਵੈਲ ਐਜ਼ ਦੀਪਾ, ਤਾਂ ਸ਼ਿਲਪਾ ਹੋ ਗਈ, ਇੱਥੇ ਦੀਪਾ ਹੋ ਗਈ, ਨੀਚੇ ਨੀਚੇ ਵੀ ਹੋ ਸਕਦੀ ਹੈ ਦੀਪਾ, ਮੀਟਾ ਉੱਪਰ।
भी हो सकती है, किते भी हो सकती है। तो शिल्पा तो वड्डी होगी, दीपा तो वड्डी होगी, मीटा तो वड्डी होगी। हुण देखो है की है अपने कोल इत्थे जी है, अपने कोल एक जी कौन सी, गीता। सो गीता बारे कुछ नहीं पता, गीता इत्थे भी हो सकती है उपर, ठीक है जी। चलो साधना सुनीता नालों तां छोटी, सुनीता नालों तां टॉलर, साधना इज़ टॉलर दैन शिल्पा। बट इस स्टेटमेंट दे विच तां ये भी नहीं पता लग रहा कि सुनीता कित्थे है। देखो सैकेंड स्टेटमेंट दे विच तां सुनीता बारे भी नहीं पता लग रहा ना, सुनीता भी उपर हो सकती है किते। सो देखो इत्थे दो चीज़ां ने। हुण आपां टॉलेस्ट फाइंड आउट करना है, तो टॉलेस्ट जो है वो सैकेंड स्टेटमेंट तो भी नहीं पता लग रहा। सुनीता गीता ये दोनों उपर हो सकदियां ने इस तों, ठीक है जी। ये दोनों इत्थों उपर इसते हो सकदियां ने साधना दे। सो इत्थों वैसे नहीं क्लीयर हो रहा कि टॉलेस्ट कौन है पहली स्टेटमेंट तो। सो मेरे ख्याल नाल तां पहली स्टेटमेंट तो भी क्लीयर नहीं हो रहा, मेरे ख्याल नाल दूसरी तो भी क्लीयर नहीं हो रहा। तो जदों दोनों स्टेटमेंट्स नूं कंबाइन कर दईए, दोनों नूं कंबाइन करके देख लैंदे आ, है ना। चलो ये करके देख लैंदे आ। साधना इज़ टॉलर दैन सुनीता, चलो सुनीता तो उसनूं टॉलर करता, सुनीता तो टॉलर करता आपां। बट फिर भी अगर देखा जाए फिर भी अपने कोल फिर गीता अपने कोल उपर रह गई, गीता के चांसिस। बट साधना भी हो सकती है। सो देखो इत्थों दो तीन केसिस बन जाएंगे। मनु जो लग रहा है कि दोनों स्टेटमेंट्स नूं मिला के भी आंसर नहीं आ रहा, तुहानूं मैं एक बार क्लीयर कर दिना आ। बिकॉज जिहड़ी गीता है या तो वो टॉलर बन सकती है या तो देखो गीता टॉलर बन सकती है। अगर दोनों नूं कंबाइन कर दिंदे आ फिर साधना भी बन सकती है, इदां दी गल नहीं है। सो अगर दोनों नूं कंबाइन भी कर दिंदे आ तां भी तुसीं देख सकते हो कि एक बार बना के देखोगे तो क्लीयर हो जाएगा कि गीता या साधना दोनों के विचों कोई ना कोई टॉलर आ सकता है। सो क्वेश्चन नंबर 20 का सोल्यूशन देखने जा रहे हैं। हुण देखो दोनों स्टेटमेंट्स नूं मिला के भी आंसर नहीं मिल पा रहा मेरे अकॉर्डिंग। हुण देखो क्वेश्चन नंबर डी, बिल्कुल जी इत्थे देखो। सो मैं तुहानूं बिल्कुल वही चीज़ कह रहा सी कि साधना देखो पहली स्टेटमेंट के अकॉर्डिंग जो भी कुछ बनया, पहली गल तो यह सफिशेंट ही नहीं बनया। फ्रॉम टू साधना ग्रेटर दैन, इत्थे आ गया अपने कोल साधना इज़ ग्रेटर दैन सुनीता। बट उस तो बाद देखो बट हू इज़ टॉलर बिटवीन एस ए एंड जी, तो साधना एंड जी दे विच केड़ा टॉलर है ये डिसाइड नहीं हो पा रहा। बिकॉज जी भी उपर जा सकता है, गीता भी उपर जा सकती है सब तो साधना भी उपर जा सकती है। जेकर तुसीं एक दोबारा डायग्राम देखना चाहो तो देख सकते हो, मैं तुहानूं दोबारा बना के दस दिना आ। सो डायग्राम के देखो की है, मैं दोबारा क्वेश्चन के उपर चला जाना है। क्वेश्चन नंबर 20 की आपां गल कर रहे हैं। सो दोबारा एक बार क्वेश्चन देख लो। क्वेश्चन नंबर 20 की कह रहा है आपां नूं, क्वेश्चन नंबर 20 ने आपां नूं ये कहा हू अमंग द सिक्स इज़ टॉलेस्ट। पहला देखो एक आपां नूं चीज़ दी हुई है कि गीता इज़ टॉलर दैन शिल्पा। तो गीता जो है, एक मिनट वेट करो, गीता इज़ टॉलर दैन शिल्पा। तो गीता जो है वो शिल्पा तो टॉलर है, पहला तो ये नोट कर लो। ये टॉलर है शिल्पा तो, ठीक है जी। उस तो बाद कह रहा दीपा इज़ टॉलर दैन मीठा। तो दीपा जो है वो मीठा तो वड्डी है, दीपा जो है दैट इज़ टॉलर दैन मीठा, तो ये मीठा तो वड्डी है। हुण देखो अपने कोल ऑप्शन की है, पहला तो आपने दोनों नूं कंबाइन कर लिया क्योंकि इंडिविजुअल तो गल वैसे नहीं बन रही। जो दोनों नूं कंबाइन भी कर लिया तो साधना इज़ टॉलर दैन सुनीता। साधना जो है देखो, साधना जो है दैट इज़ टॉलर दैन सुनीता, तो सुनीता तो वड्डी आ गई, ठीक है। उस तो बाद आ गया दूसरी स्टेटमेंट, पहली तो इस होगी, दूसरी स्टेटमेंट कह रही है साधना इज़ टॉलर दैन शिल्पा एंड मीठा एज वैल एज दीपा। तो तीन जणियां तो साधना फिर वड्डी होगी। साधना किस तो वड्डी होगी, देखो साधना वड्डी होगी शिल्पा तो शिल्पा इत्थे होगी किते। हुण शिल्पा तो उपर तुहानूं ये पता है कि शिल्पा तो उपर कौन है, गीता। बट गीता इत्थे किते भी हो सकती है, गीता उपर भी आ सकती है साधना तो, ठीक है जी। सो गीता किते भी आ सकती है, गीता बारे कुछ पर्टिकुलर डिसाइडेड नहीं है। सो गीता इत्थे उपर आ सकती है। दैन अगर ये गीता इत्थे आ सकती है तो गीता तो साधना के विच कन्फ्यूजन होगी। हुण नीचे तो चलो जो है इत्थे दीपा एंड मीटू है, दीपा एंड मीटू तो इत्थे रहणगे ही नीचे जिथे भी होणगे,
ਬਟ ਕਿਤੇ ਨਾ ਕਿਤੇ ਆਪਾਂ ਨੂੰ ਇਸ ਚੀਜ਼ ਦੀ ਕਨਫਿਊਜ਼ਨ ਰਹੀ ਹੈ ਕਿ ਗੀਤਾ ਸਭ ਤੋਂ ਉੱਪਰ ਆਏਗੀ ਜਾਂ ਫਿਰ ਸਭ ਤੋਂ ਉੱਪਰ ਸਾਧਨਾ ਆਏਗੀ। ਸੋ ਸਾਧਨਾ ਐਂਡ ਗੀਤਾ ਦੇ ਵਿੱਚ ਕਨਫਿਊਜ਼ਨ ਹੈ। ਉਹੀ ਚੀਜ਼ ਉਹਨਾਂ ਨੇ ਕੁਐਸਚਨ ਦੇ ਸੋਲੂਸ਼ਨ ਦੇ ਵਿੱਚ ਲਿਖੀ ਹੈ ਕਿ ਆਪਾਂ ਇਹ ਨਹੀਂ ਡਿਸਾਈਡ ਕਰ ਪਾ ਰਹੇ ਕਿ ਗੀਤਾ ਇਜ਼ ਦਾ ਟੋਲੈਸਟ ਔਰ ਸਾਧਨਾ ਇਜ਼ ਦਾ ਟੋਲੈਸਟ। ਸਾਧਨਾ ਸਭ ਤੋਂ ਵੱਡੀ ਹੈ, ਲੰਬੀ ਹੈ, ਜਾਂ ਸਾਧਨਾ ਜਾਂ ਗੀਤਾ ਲੰਬੀ ਹੈ। ਸੋ ਇਹਨਾਂ ਦੋਨਾਂ ਦੇ ਵਿੱਚ ਆਪਾਂ ਡਿਸਾਈਡ ਨਹੀਂ ਕਰ ਪਾ ਰਹੇ। ਇਸ ਕਰਕੇ ਜੋ ਹੈ ਇਸ ਕੁਐਸਚਨ ਦਾ ਆਨਸਰ ਬਣੇਗਾ ਕਿ ਸਟੇਟਮੈਂਟ A ਐਂਡ B ਦੋਨਾਂ ਨੂੰ, ਸਟੇਟਮੈਂਟ ਨੰਬਰ 1 ਐਂਡ 2 ਦੋਨਾਂ ਨੂੰ ਕੰਬਾਈਨ ਕਰਨ ਤੋਂ ਬਾਅਦ ਵੀ ਜਿਹੜਾ ਆਨਸਰ ਆ ਰਿਹਾ ਹੈ ਉਹ ਵੀ ਆਪਾਂ ਨੂੰ ਨਹੀਂ ਐਗਜ਼ੈਕਟਲੀ ਮਿਲ ਪਾ ਰਿਹਾ। ਦੈਟ ਮੀਨਸ ਸਟੇਟਮੈਂਟ 1 ਐਂਡ 2 ਬੋਥ ਕੰਬਾਈਨਡ ਆਰ ਨਾਟ ਏਬਲ ਟੂ ਆਨਸਰ ਦਾ ਕੁਐਸਚਨ। ਤਾਂ ਇਸ ਕੁਐਸਚਨ ਦਾ ਆਨਸਰ ਬਣੇਗਾ ਆਪਸ਼ਨ ਨੰਬਰ D। ਇਸ ਦੇ ਨਾਲ ਹੀ ਸਟੂਡੈਂਟਸ ਅੱਜ ਦੇ ਜਿਹੜੇ 10 ਕੁਐਸਚਨ ਨੇ ਉਹ ਪੂਰੇ ਹੁੰਦੇ ਨੇ। ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ, ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਚੈਨਲ ਨੂੰ ਬੱਚੇ ਸਬਸਕ੍ਰਾਈਬ ਜ਼ਰੂਰ ਕਰ ਲਓ। ਆਲਮੋਸਟ ਤੁਸੀਂ ਮੇਰੀ ਹੀ ਏਜ ਦੇ ਹੋਵੋਗੇ ਅਤੇ ਕਾਫੀ ਕੁਛ ਲਾਈਫ ਦੇ ਵਿੱਚ ਚੱਲਦਾ ਰਹਿੰਦਾ ਹੈ। ਸੋ ਉਸ ਤੋਂ ਰਿਲੇਟਡ ਇੱਕ ਰਿਕੁਐਸਟ ਜ਼ਰੂਰ ਕਹਾਂਗਾ ਕਿ ਪਰਮਾਤਮਾ ਦੇ ਅੱਗੇ ਅਰਦਾਸ ਕਰਿਓ ਕਿ ਜਲਦੀ ਹੀ ਆਪਣਾ ਟਾਈਮ ਬਦਲੇ। ਸੋ ਉਸ ਟਾਈਮ ਦੇ ਲਈ ਰਿਕੁਐਸਟ ਹੈ ਜੀ ਤੁਹਾਡੇ ਅੱਗੇ। ਅਤੇ ਤੁਸੀਂ ਕਈ ਵਾਰੀ ਇੱਦਾਂ ਹੁੰਦਾ ਆ ਕਿਸੇ ਦੀ ਕਹੀ ਗੱਲ ਪਰਮਾਤਮਾ ਸੁਣ ਲੈਂਦਾ ਹੈ। ਸੋ ਉਸ ਚੀਜ਼ ਨੂੰ ਕਹਿ ਰਿਹਾ ਹਾਂ ਕਿ ਪਰਮਾਤਮਾ ਆਪਣਾ ਟਾਈਮ ਬਦਲੇ, ਜਲਦੀ ਹੀ ਆਪਾਂ ਵੀ ਕਿਤੇ ਵਧੀਆ ਸੈੱਟ ਹੋਈਏ ਅਤੇ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਜੋ ਵੀ ਤੁਸੀਂ ਉਮੀਦ ਕਰਦੇ ਹੋ ਪਰਮਾਤਮਾ ਤੋਂ। ਸੋ ਦਿਸ ਇਜ਼ ਆਲ ਫਰੋਮ ਟੂਡੇ। ਥੈਂਕ ਯੂ ਸੋ ਮਚ। ਟੇਕ ਕੇਅਰ। ਬਾਏ ਬਾਏ ਸਟੂਡੈਂਟਸ।